ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਮਾਂਝ ਮਹਿਲਾ ਪੰਜਵਾਂ। ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਗੁਰ ਪ੍ਰਸਾਦ ਕਿਨੈ ਵਿਰਲ ਜਾਣੀ। ਤਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ। ਆਏ ਤੇ ਪਰਵਾਨਾ ਜੀਓ। ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ। ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ। ਹਾਂ ਬਲ ਤਿਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ। ਸਾਧ ਸੰਗ ਕਿਨ ਮਾਹੇ ਉਦਾਰੇ। ਕਿਲ ਵਿਖ ਕਾਟ ਹੋਵਾ ਮਨ ਨਿਰਮਲ।
मिट गए आवण जाना जियो। दोए कर जोड़ एक बिनो करी जय। कार किरपा डुबदा पत्थर लीजै। नानक को प्रभ पै कृपाला। प्रभ नानक मन पाना जियो। दोए कर जोड़ एक बिनो करी जय। कर किरपा डुबदा पत्थर लीजै। नानक को प्रभ पै कृपाला। प्रभ नानक मन पाना जियो। वाहिगुरु जी का खालसा वाहिगुरु जी की फतेह। ये पावन शब्द जो माज राग अंदर पंजवें पातशाह गुरु अर्जन देव महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 103 अंग ते दर्ज है। इस शब्द की विचार सिख कौम दे महान विद्वान सिंह साहिब प्रोफैसर मनजीत सिंह जी, साबका जथेदार श्री अकाल तख्त साहिब आप जी नूं सरवण करवाउणगे। 2 दिन का उन्हां दा समा है साडे पास। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद, कड़ा प्रशाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। घरां दे विच पंजाबी बोलिया करो, बच्चों नूं गुरमुखी पढ़ाओ, बच्चों नूं गुरु ग्रंथ साहब महाराज जी दे चरनी लाओ। अपने नामां दे नाल भी सिंह अते कौर शब्द लिखिया करो। जो जातां पातां गोत्र आपां लिखदे आ, इन्हां दी सिख धर्म दे विच कोई थां कोई प्रवानगी नहीं है। एक नवी बीमारी जिहड़ी असीं सहेड़ी है, हुण असीं सिंह शब्द नहीं लाउंदे। कुलबीर जी, सुरजीत जी, हरदयाल जी, मुख्तियार जी, इनू जी नू रखो भाई अपनी जेब च। जिहड़ी मर्यादा है वह है सिंह। जे तुसी जी लाउणी है तो मुख्तियार सिंह जी बोलो। सिंह कढ़ के जी लाउणा ये तो इदां लगदा कि जिद्दां आपां खुद ही फैसला कर लिया कि दुनिया ना मटावे ना मटावे, असी खुद ही भी आपे ही ये सारा कुछ कर देंगे। वैसे भी ये गल मन्नी गई है कि घर को आग लगी घर के चिराग से,
ਜਦੋਂ ਵੀ ਕਿਸੇ ਦਾ ਘਰ ਸੜਿਆ, ਘਰ ਦੇ ਦੀਵੇ ਨਾਲ ਹੀ ਸੜਿਆ। ਗੁਆਂਢੀਆਂ ਦੇ ਦੀਵੇ ਨਾਲ ਕਦੇ ਦੂਜੇ ਦੇ ਘਰ 'ਚ ਅੱਗ ਨਹੀਂ ਲੱਗਦੀ। ਅਸੀਂ ਆਪ ਹੀ ਜਾਤਾਂ ਪਾਤਾਂ, ਪਹਿਲਾਂ ਉਦੋਂ ਸਿੰਘ ਸ਼ਬਦ ਉਡਾ ਦਿੱਤਾ, ਹੁਣ ਜੀ ਐਸਾ ਸਿਰ ਚੜ ਗਿਆ ਸਾਡੇ ਕਿ ਅਸੀਂ ਸਿੰਘ ਸ਼ਬਦ ਨੂੰ ਕੱਟ ਦਿੱਤਾ। ਨਾ ਕੌਰ ਲਿਖਦੇ ਹਾਂ, ਬੋਲਦੇ ਹਾਂ। ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਨਾ ਪੂਰਾ ਲਿਆ ਕਰੋ। ਇਹ ਗੁਰੂ ਦਾ ਹੁਕਮ ਹੈ ਕਿ ਜੇ ਆਦਮੀ ਹੈ ਤੇ ਨਾਂ ਦੇ ਨਾਲ ਸਿੰਘ ਬੋਲਣਾ ਹੈ, ਜੇ ਇਸਤਰੀ ਹੈ ਤਾਂ ਕੌਰ ਬੋਲਣਾ ਹੈ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। जब लो नहीं पाग लिलारे उदय, तब लो भ्रमते फिरते बहुत आयो। कल घोर समुद्र में बूढ़त थे, कबहू मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जुन देव गुरु, फिर संकट जोन गर्भ न आयो। मैं नाही कछ हों नहीं, किछ आहे न मोरा। अवसर लज्जा राख ले हो, सदना जन तोरा। ਜਾਗਤ ਜੋ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ 8ਵੇਂ ਗੁਰੂ ਨਾਨਕ ਜੋ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸੁਭਾਏਮਾਨ ਅਤੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਗੁਰੂ ਦੇ ਇਸ ਸਤਸੰਗ ਦਾ ਲਾਹਾ ਪ੍ਰਾਪਤ ਕਰ ਰਹੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਪਰਦਿਆਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੰਮ੍ਰਿਤ ਬਚਨ ਸਾਡੀ ਝੋਲੀ ਪਿਆ। ਪੰਚਮ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅਤੇ ਉਹਨਾਂ ਦੁਆਰਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਂਝ ਰਾਗ ਅੰਦਰ ਦਰਜ ਹੈ। ਗੁਰੂਦੇਵ ਪਿਤਾ ਨੇ ਇਸ ਪਾਵਨ ਬਚਨ ਦੇ ਰਾਹੀਂ ਸਾਨੂੰ ਮਨੁੱਖ ਕਹਾਉਣ ਵਾਲਿਆਂ ਨੂੰ ਐਸੀ ਗੁਰਮਤਿ ਜੀਵਨ ਜੁਗਤ ਬਖਸ਼ਿਸ਼ ਕੀਤੀ ਹੈ ਜਿਹੜੀ ਸਾਡੇ ਜੀਵਨ ਵਿੱਚ ਮਨੁੱਖ ਦੇ ਤੌਰ 'ਤੇ ਨਾ ਕੇਵਲ ਮਨੁੱਖੀਪਣ ਹੀ ਲਿਆ ਸਕਦੀ ਹੈ, ਬਲਕਿ ਜਿਸ ਮਨੁੱਖੀਪਣ ਦਾ ਸਦਕਾ ਅਸੀਂ ਆਪਣੇ ਹੀ ਇਸ ਮਨੁੱਖਾ ਜੀਵਨ ਦੇ ਸਿਰਜਣਹਾਰ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਰਿਝਾ ਕੇ ਪ੍ਰਸੰਨ ਕਰਕੇ ਬਖਸ਼ਿਸ਼ ਭਰਪੂਰ ਬਣਾ ਸਕਦੇ ਹਾਂ। ਐਸਾ ਬਖਸ਼ਿਸ਼ ਭਰਪੂਰ ਆਨੰਦਮਈ ਜੀਵਨ ਜਿਸ ਨੂੰ ਸਫਲ ਜੀਵਨ ਆਖਿਆ ਗੁਰੂਦੇਵ ਨੇ। ਸਫਲ ਜੀਵਨ ਦਾ ਮਤਲਬ ਹੀ ਇਹ ਹੈ ਜਿਹੜਾ ਜੀਵਨ ਕੁਝ ਇਸ ਤਰ੍ਹਾਂ ਜਿਉਣ ਦੀ ਜਾਚ ਆ ਜਾਵੇ ਜਿਹਦੇ ਵਿੱਚ
सानू जीवन बोझ ना लगे, जीवन जून भोगना ना लगे, जीवन विच नीरसता ना होवे, बल्कि उहदी जगह ते हर घड़ी हर पल एक रूहानी मस्ती, शांति, टिकाऊ अडोलता होवे। ना मौत दा, ना किसी होर चीज़ दे खुसण दा डर होवे, ना बेथवा बेसंजमापन चीज़ां दी पकड़ वाला लोभ लालच होवे। इहो ही ज्ञानियां दा जीवन, विचारवानां दा, पतवंतियां दा जीवन आखिया गया। इसे नूं ही महाराज ने दरगाही परवानगी दी मोहर वाला जीवन आख्या है। ते ये जीवन जुगत जिहड़ी अज गुरुदेव ने सानू समझाई है, ये जीवन जुगत है की है? एक गल ते गुरु प्यारिओ सानू समझ लैनी चाहिदी है। जीवन ते मिल गया, मिलिया साडी मर्जी नाल नहीं, ते जिस दिन इस जीवन नू वापस लै लेना जीवन देण वाले ने, ते तां भी मर्जी नहीं चलनी। पर साडे उत्ते मनुख दे रूप विच एक ऐसी जिम्मेवारी आयद की गई है, साडे जीवन लई एक ऐसा मकसद रखिया गया कि भाई जिन्ना क समा तुहानू इस जीवन सफ़र विच दिता गया है, इस समय नू कुछ इस तरीके नाल संभालो, इस तरह की सुचेतता, इस तरह की जागृति, इस तरह की कॉन्सटेंट अवेयरनैस अपने अंदर लैके आओ कि जिहड़ियां भी तुहानू परमात्मा ने शक्तियां दित्तियां ने। इस तरह मैं बेनती करदा, साडे कोल बोलन शक्ति है, साडे कोल सुनन शक्ति है, साडे कोल देखण शक्ति है, साडे कोल विचारण दी शक्ति है, चेता शक्ति है साडे कोल। ये शक्तियां महाराज ने एवें नहीं दित्तियां, इन्हां शक्तियां दी सुचज्जी वरतों करके महाराज कहंदे तुहाडे जीवन विच इस तरह की संभावना बन सकती है कि इन्हां शक्तियां नूं जे सुचेत हो के वरतना सिख लोगे, एक खास किस्म की मर्यादा विच रह के, एक खास किस्म का संयम अपने जीवन विच लिया के जे इन्हां शक्तियां दी वरतों करोगे, निश्चय ही तुहाडे जीवन दे विच वो बख्शिशां, वो किरपा, वो मेहर मिल सकती है जिसकी सानू सारियां नू लोड़ ते है, पर जिस तो असीं बहुते जाने वांझे रह जाने आ। इस करके वांझे रह जाने आ कि सानू जो कुछ मिलिया है बख्शिश रूप दे विच, उहदी सुचज्जी वरतों करनी नहीं आउंदी। अज गुरुदेव ने साडा ध्यान इस पासे वल दवाया कि यह जीवन जुगत है जिहड़ी मैं तुहानू दस रहा तुहाडे सवासां दे भले वास्ते। जे तुसीं इस तरीके नाल जीवन जिउणा एक सिख दे तौर ते सिख लो तां बहुत कुछ माण करन योग तुहाडे जीवन विच आ सकदा है, जिहदे नाल तुसीं ते आनंदमई जीवन जीवोगे ही, तुहाडे संपर्क विच आउण वालियां नूं भी तुहाडे अंदर दी इस ज्ञान दी खुशबू दे नाल आनंद लेना आ जाएगा। तुसीं सतसंगी जिउड़े बन जाओगे, वाहिगुरू दी कृपा दे पात्र ऐसे व्यक्ति बन जाओगे जिहड़े दूजियां लई प्रेरणा स्रोत बन सकते हैं। मन बिरतियां नूं एकागर करिए, अपने ही भले वास्ते इस बख्शिश होए अंमृत बचन नूं विचारण दा ते इस नूं अपनी सुरती विच दृढ़ करन दा यतन करिए। साहिब बचन करदे, सफल सुबाणी जित नाम वखाणी, गुर प्रसाद किनै विरलै जानी, तन सुवेला जित हर गावत सुनना, आए ते परवाना जियो। महाराज कहंदे बोलन शक्ति मिली है, इहदे नाल असीं बहुत कुछ रोज़ बोलते हैं, पर दातार जी कहंदे ध्यान देण वाली गल यह है कि जो कुछ बोलिया जा रहा है उहदे नतीजे की निकलते पे। हर एक मनुख ने अपनी मां की गोद विचों बोलना सीखना हुंदा है।
ਮਾਂ ਦੀ ਭਾਸ਼ਾ ਉਹਦੀ ਭਾਸ਼ਾ ਬਣ ਜਾਂਦੀ ਹੈ, ਉਹਦੀ ਮਾਤ ਭਾਸ਼ਾ ਹੋ ਜਾਂਦੀ ਹੈ। ਔਰ ਹਰ ਮਾਤ ਭਾਸ਼ਾ ਦੇ ਵਿੱਚ ਚੰਗਾਪਣ ਵੀ ਹੈ, ਤੇ ਉਸ ਮਾਤ ਭਾਸ਼ਾ ਦੀ ਜੇ ਦੁਰਵਰਤੋਂ ਹੋਵੇ, ਬੇਸੰਜਮੀ ਵਰਤੋਂ ਹੋਵੇ, ਤੇ ਮਾੜੇ ਤੋਂ ਮਾੜੇ ਲਫ਼ਜ਼ ਵੀ ਉਸ ਮਾਤ ਭਾਸ਼ਾ ਦੇ ਰਾਹੀਂ ਬੋਲੇ ਜਾ ਸਕਦੇ ਹੈ। ਤੇ ਬਹੁਤ ਚੰਗੀ ਤਰੀਕੇ ਨਾਲ, ਸਰਲ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਸਕਦੀ ਹੈ, ਆਉਂਦੀ ਹੈ, ਪਤਾ ਹੈ ਸਾਨੂੰ। ਜਦੋਂ ਵੀ ਅਸੀਂ ਆਪਣੀ ਇਸ ਬੋਲਣ ਸ਼ਕਤੀ ਦੇ ਰਾਹੀਂ ਮਾੜੇ ਲਫ਼ਜ਼ ਬੋਲਾਂਗੇ, ਉਹ ਸਾਡੇ ਲਈ ਵੀ ਨਮੋਸ਼ੀ ਭਰੇ ਸ਼ਰਮਿੰਦਗੀ ਦਿਵਾਉਣ ਵਾਲੇ ਹੋਣਗੇ। ਤੇ ਜਿਹੜਾ ਉਹ ਸਾਡੇ ਬੋਲਾਂ ਨੂੰ, ਬੇਸੰਜਮੇ ਬੋਲਾਂ ਨੂੰ, ਮਾੜੇ ਬੋਲਾਂ ਨੂੰ ਸੁਣੇਗਾ, ਉਹਦਾ ਮਨ ਵੀ ਦੁਖੀ ਹੋਏਗਾ, ਤੇ ਸਾਡੇ ਰਿਸ਼ਤੇ ਪਿਆਰ ਭਰੇ ਨਾ ਰਹਿ ਕੇ ਦੁਸ਼ਮਣੀ ਵਾਲੇ ਬਣ ਜਾਣਗੇ। ਇਸੇ ਕਰਕੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਹੁਣੇ ਸਾਨੂੰ ਗੁਰੂ ਕੇ ਕੀਰਤਨੀ ਆਸਾ ਕੀ ਵਾਰ ਰਾਹੀਂ ਇਹ ਬਚਨ ਸੁਣਾ ਰਹੇ ਸੀ, ਭਲਿਓ ਫਿੱਕਾ ਨਾ ਬੋਲਿਆ ਕਰੋ। ਇਹ ਫਿੱਕੇ ਰੁੱਖੇ ਸ਼ਬਦ, ਮਾੜੇ ਸ਼ਬਦ, ਇਹ ਨਾ ਸਮਝਾਂ ਦੇ ਹੁੰਦੇ ਐ। ਸਮਝਦਾਰ ਮਨੁੱਖ ਫਿੱਕੇ ਸ਼ਬਦ ਨਹੀਂ ਬੋਲਦੇ ਹੁੰਦੇ। ਨਾਨਕ ਫਿੱਕਾ ਬੋਲਿਆ ਤਾਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ, ਫਿੱਕੇ ਫਿੱਕੀ ਸੋਏ। ਤੇ ਅੱਗੇ ਤੇ ਮਹਾਰਾਜ ਸਪਸ਼ਟ ਕਹਿੰਦੇ, ਫਿੱਕਾ ਮੂਰਖ ਆਖੀ ਹੈ ਪਾਣਾ ਲਹਿ ਸਜ਼ਾਏ। ਫਿੱਕੀ ਬੋਲ ਬਾਣੀ ਦੇ ਨਾਲ ਆਦਰ ਸਤਕਾਰ ਨਹੀਂ ਮਿਲਦਾ ਹੁੰਦਾ, ਸ਼ਰਮਿੰਦਗੀ ਭਰੀ ਸਜ਼ਾ ਦਾ ਭਾਗੀ ਬਣਨਾ ਪੈਂਦਾ ਮਨੁੱਖ। ਦੁਸ਼ਮਣੀਆਂ ਪੈ ਜਾਂਦੀਆਂ ਨੇ, ਕਲਾ ਕਲੇਸ਼, ਝਗੜੇ ਖੜੇ ਹੋ ਜਾਂਦੇ ਨੇ, ਜ਼ਿੰਦਗੀ ਫਿੱਕੀ ਹੋ ਜਾਂਦੀ ਹੈ, ਬੇਸਵਾਦੀ ਹੋ ਜਾਂਦੀ ਹੈ, ਸਾਡੀ ਆਪਣੀ ਵੀ ਤੇ ਦੂਜਿਆਂ ਦੀ ਵੀ। ਮਹਾਰਾਜ ਕਹਿੰਦੇ ਨਾ, ਆਪਣੀ ਬੋਲ ਬਾਣੀ ਨੂੰ ਕੁਝ ਇਸ ਤਰ੍ਹਾਂ ਦਾ ਬਣਾਓ ਜਿਹਦੇ ਵਿੱਚੋਂ ਸਫਲ ਨਤੀਜੇ, ਮਾਣ ਕਰਨ ਯੋਗ ਨਤੀਜੇ ਨਿਕਲਣ। ਇਸ ਸੰਸਾਰ ਦੇ ਵਿੱਚ ਵੀ ਤੁਸੀਂ ਮਾਣ, ਆਦਰ, ਸਤਿਕਾਰ ਪ੍ਰਾਪਤ ਕਰ ਸਕੋ, ਮਿੱਠੇ ਬੋਲ 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 ਕੇ, ਰਸੀਲੇ ਬੋਲ ਬੋਲ ਕੇ। ਇੱਥੇ ਬਸ ਨਹੀਂ, ਇਹਨਾਂ ਮਿੱਠੇ ਬੋਲਾਂ ਦੇ ਨਾਲ ਜੇ ਤੁਸੀਂ ਵਾਹਿਗੁਰੂ ਜੀ ਨੂੰ ਵੀ ਪੁਕਾਰੋਗੇ, ਜੀਵਨ ਦੇ ਸਿਰਜਣਹਾਰ ਨੂੰ ਵੀ ਪੁਕਾਰੋਗੇ, ਤਾਂ ਮਹਾਰਾਜ ਕਹਿੰਦੇ ਉਹ ਵੀ ਤੁਹਾਡੇ ਤੇ ਪ੍ਰਸੰਨ ਹੋਣਗੇ, ਉਹਦੀ ਬਖਸ਼ਿਸ਼ ਹੋਏਗੀ। ਸਾਨੂੰ ਇਸੇ ਕਰਕੇ ਆਖਿਆ, ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ। ਮਿਠਾਸ ਭਰੇ ਉਹ ਬੋਲ ਬੋਲਣਾ ਸਿੱਖੋ ਮੇਰੀ ਜਿੰਦੇ, ਮੇਰੇ ਮਨਾ। ਉਹ ਬੋਲ ਬੋਲਣੇ ਸਿੱਖ ਗੁਰੂ ਕੋਲੋਂ, ਜਿਸੇ ਜਿਹੜੇ ਬੋਲ ਬੋਲਿਆ ਤੇਰੇ ਵਾਹਿਗੁਰੂ ਜੀ ਤੇਰੇ ਤੇ ਪ੍ਰਸੰਨ ਹੋਣ, ਤੈਨੂੰ ਆਪਣਾ ਬਣਾ ਕੇ ਜੀਵਨ ਵਿੱਚ ਹਰ ਉਹ ਖੁਸ਼ੀ ਦੇ ਦੇਣ ਜਿਹਦੀ ਤੈਨੂੰ ਲੋੜ ਹੈ। ਕੱਟੇ ਜਾਣ ਦੁੱਖ, ਕੱਟੀਆਂ ਜਾਣ ਚਿੰਤਾਵਾਂ, ਕੱਟੇ ਜਾਣ ਝਗੜੇ ਕਲੇਸ਼, ਜਿਹੜੇ ਤੈਨੂੰ ਚਿੰਤਾਤੁਰ ਕਰਕੇ ਤੇਰੀ ਜ਼ਿੰਦਗੀ ਨੂੰ ਬੋਝਲ ਬਣਾ ਰਹੇ, ਨੀਰਸ ਬਣਾ ਰਹੇ। ਉਹ ਹੀ ਮਹਾਰਾਜ ਕਹਿੰਦੇ ਸਫਲ ਬਾਣੀ ਹੈ। ਬੋਲ ਬਾਣੀ ਤਾਂ ਇਸ ਬੋਲਣ ਸ਼ਕਤੀ ਨਾਲ ਜਿਹਨੂੰ ਵੀ ਮਿਲੀ ਹੈ ਉਹ ਬੋਲੀ ਜਾ ਸਕਦੀ ਹੈ, ਪਰ ਬੋਲ ਬਾਣੀ ਉਹ ਸਫਲ ਬੋਲ ਬਾਣੀ ਹੈ, ਉਹ ਮਾਣ ਕਰਨ ਯੋਗ ਬੋਲ ਬਾਣੀ ਹੈ, ਜਿਸ ਬੋਲ ਬਾਣੀ ਦੇ ਰਾਹੀਂ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਰਿਝਾਇਆ, ਪ੍ਰਸੰਨ ਕੀਤਾ ਜਾ ਸਕੇ। ਇਸ ਸੰਸਾਰ ਤੇ ਬੇਸ਼ੱਕ ਆਪਣੀਆਂ ਨਾ ਸਮਝੀਆਂ ਕਰਕੇ ਤੁਹਾਡੀ ਮਿੱਠੀ ਨਿਮਰਤਾ ਭਰੀ ਬੋਲ ਬਾਣੀ ਦਾ ਕੋਈ ਹੋਰ ਅਰਥ ਕੱਢ ਲਵੇ, ਪਰ ਪਰਮਾਤਮਾ ਕਰਤਾ ਪੁਰਖ ਵਾਹਿਗੁਰੂ ਜੀ ਤੁਹਾਡੀ ਬੋਲ ਬਾਣੀ ਦੇ ਇਸ ਮਿੱਠੇਪਣ ਨੂੰ ਪ੍ਰਵਾਨ ਕਰਨਗੇ। ਇਸੇ ਕਰਕੇ ਸਾਹਿਬ ਜੀ ਬਚਨ ਕਰਦੇ, ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਬਾਣੀ ਬੋਲ ਬਾਣੀ ਬੋਲ ਉਹ ਹੀ ਸਫਲ ਨੇ, ਪ੍ਰਵਾਨਗੀ ਯੋਗ ਨੇ, ਕਾਮਯਾਬ ਨਤੀਜਿਆਂ ਵਾਲੇ ਤੁਹਾਨੂੰ ਬਣਾਉਂਦੇ ਨੇ, ਜਿਸ ਬੋਲ ਬਾਣੀ ਦੇ ਰਾਹੀਂ ਕਰਤਾ ਪੁਰਖ ਵਾਹਿਗੁਰੂ ਜੀ ਦਾ ਗੁਣਗਾਨ ਕਰਨਾ ਆ ਜਾਏ, ਵਾਹਿਗੁਰੂ ਜੀ ਦੀ ਪਿਆਰ ਯਾਦ ਵਿੱਚ ਜੁੜਨਾ ਆ ਜਾਏ। ਔਰ ਸਾਹਿਬ ਜੀ ਕਹਿੰਦੇ, ਇਸ ਕਰਕੇ ਮੈਂ ਕਹਿੰਦਾ ਇਹ ਸੁਭਾਅ ਪਕਾਓ ਆਪਣਾ,
इस जीवन जुगत नूं अपनाओ। संसार विच विचरण लगिया हर वेले चेता रहे कि मैं फिक्का बोल नहीं बोलना, क्योंकि आदत पै जावे जदों फिक्के बोल बोलन दी ते फिर हर गुणगान नहीं होंदा। आदत पै जाए जदों फिक्के रुखे बोल बोलन दी, फिर मीठे हर गुण गाओ वाली आदत नहीं पकदी। जे बोलांगे भी ते केवल कर्म कांड बाहरी रस्म बन के रह जाएगी। ये हुंदा बहुत वारी ये प्रश्न पुछदे ने सज्जन, नौजवान बच्चे बच्चियां भी वारी पुछदे ने। मैं कल भी गल कर रहा सी, ਸਿੰਘ ਸਾਹਿਬ ਇਹ ਦੱਸੋ ਭਈ ਇਹ ਜਿਹੜੇ ਬਹੁਤ ਬਾਣੀ ਪੜ੍ਹਨ ਵਾਲੇ, ਜਿਹੜੇ ਬਹੁਤ ਰੱਬ ਦੀਆਂ ਗੱਲਾਂ ਕਰਨ ਵਾਲੇ, ਇੰਨੇ ਕਰੋਧੀ ਕਿਉਂ ਹੁੰਦੇ ਆ, ਇੰਨੇ ਰੁੱਖੇ ਕਿਉਂ ਹੁੰਦੇ ਆ? ਇਸ ਨੁਕਤੇ ਨੂੰ ਸਮਝਣ ਦੀ ਲੋੜ ਹੈ। ਕਿਤੇ ਨਾ ਕਿਤੇ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਸਾਡਾ ਸੁਭਾਅ ਰੁੱਖੇ ਬੋਲਾਂ ਵਾਲਾ ਹੋ ਜਾਂਦਾ, ਤੇ ਫਿਰ ਬਾਣੀ ਪੜ੍ਹਨ ਲੱਗਿਆਂ ਵੀ ਥੋੜ੍ਹੀ ਜਿਹੀ ਕਿਤੇ ਇੱਧਰ ਉੱਧਰ ਦੀ ਗੱਲ ਹੋ ਜਾਏ ਨਾ ਤੇ ਉਹ ਗੁੱਸਾ ਸਿਰ ਚੜ੍ਹ ਜਾਂਦਾ। ਗੁਰਦੁਆਰੇ ਵਿੱਚ ਵੀ ਉਹ ਕ੍ਰੋਧ ਪ੍ਰਗਟ ਹੋ ਜਾਂਦਾ ਹੈ। ਅਸੀਂ ਧਾਰਮਿਕ ਸ਼੍ਰੇਣੀ ਵਾਲੇ ਵੀ, ਪ੍ਰਬੰਧਕ ਸ਼੍ਰੇਣੀ ਵਾਲੇ ਵੀ, ਤੇ ਆਮ ਸਤਸੰਗੀ ਕਹਾਉਣ ਵਾਲੇ ਵੀ, ਜਿੱਥੇ ਵੀ ਕਿਤੇ ਸਾਨੂੰ ਹੁਣੇ ਗੁਰੂ ਸਵਾਰੇ ਭਾਈ ਸਾਹਿਬ ਰਣਜੀਤ ਸਿੰਘ ਜੀ ਗੱਲ ਕਰ ਰਹੇ ਸੀ ਨਾ, ਸਾਨੂੰ ਬਹੁਤ ਸਾਰੀਆਂ ਗੱਲਾਂ ਗੁਰੂ ਦੀਆਂ ਆਖੀਆਂ ਹੋਈਆਂ ਆਪਣੇ ਉਸ ਅਵੇਸਲੇਪਣ ਕਰਕੇ ਵਿਸਰੀ ਜਾਂਦੀਆਂ ਨੇ। ਦੁਨਿਆਵੀ ਬਿਰਤੀਆਂ ਸਾਡੀ ਬੋਲ ਬਾਣੀ ਤੇ ਹਾਵੀ ਹੋ ਜਾਂਦੀਆਂ। ਹੁਣ ਇਹ ਗੱਲ ਤੇ ਕੁਛ ਵੀ ਨਹੀਂ ਨਾ, ਸਧਾਰਨ ਜੀ ਅਸੀਂ ਆਪ ਗੁਰੂ ਕੋਲੋਂ ਮੰਗ ਕੇ ਲਈ ਹੈ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਸਾਡੇ ਬੱਚੇ ਦਾ ਨਾਮ ਬਖਸ਼ਿਸ਼ ਕਰੋ, ਨਾਮ ਸੰਸਕਾਰ। ਤੇ ਜੇ ਗੁਰੂ ਕੋਲੋਂ ਮੰਗ ਕੇ ਲਿਆਏ ਇੱਕ ਮਰਿਆਦਾ ਦੇ ਵਿੱਚ, ਫਿਰ ਉਹ ਜਿਹੜਾ ਨਾਮ ਗੁਰੂ ਨੇ ਸਾਡੀ ਝੋਲੀ ਪਾਇਆ ਉਹ ਕਿਉਂ ਭੁੱਲੇ ਫਿਰ ਸਾਨੂੰ ਜੀ? ਪਰ ਅਵੇਸਲਾਪਣ ਹੈ, ਸਾਡੀ ਬੋਲ ਬਾਣੀ ਤੇ ਸਾਡਾ ਸੰਜਮ ਨਹੀਂ ਹੈ। ਅਸੀਂ ਉਹਨੂੰ ਮਰਿਆਦਤ ਨਹੀਂ ਕਰ ਪਾਏ ਗੁਰੂ ਦੀ ਮੱਤ ਅਨੁਸਾਰ। ਸਿੱਖ ਬਣ ਕੇ ਆਪਣੀ ਬੋਲ ਬਾਣੀ ਦੇ ਉੱਤੇ ਸਾਡਾ ਵਸੀਕਰਨ ਨਹੀਂ ਰਿਹਾ। ਫਿਰ ਅਸੀਂ ਕਹਿੰਦੇ ਹਾਂ ਜੀ, ਜਦੋਂ ਮਾੜੇ ਨਤੀਜੇ ਨਿਕਲਦੇ ਆ, ਉਹ ਜੀ ਬਸ ਮੇਰੇ ਕੋਲੋਂ ਬੋਲਿਆ ਗਿਆ, ਪਤਾ ਨਹੀਂ ਲੱਗਿਆ, ਉਹਨੂੰ ਮੱਤ ਤੇ ਹੀ ਪੜਦਾ ਪੈ ਗਿਆ, ਐਵੇਂ ਗੁੱਸੇ ਵਿੱਚ ਆ ਕੇ ਬੋਲਿਆ ਗਿਆ। ਉਹ ਗੁੱਸੇ ਵਿੱਚ ਆ ਕੇ ਬੋਲਿਆ ਗਿਆ ਸਾਡੀ ਆਦਤ ਹੈ। ਇਸ ਆਦਤ ਨੂੰ ਹੀ ਮਹਾਰਾਜ ਕਹਿੰਦੇ ਸੁਧਾਰਨਾ, ਤੇ ਇਹੋ ਹੀ ਗੁਰਮਤਿ ਜੀਵਨ ਜੁਗਤ ਹੈ ਕਿ ਹਰ ਘੜੀ ਹਰ ਪਲ ਆਪਣੀ ਮੱਤ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ ਆਪਣੀ ਬੋਲ ਬਾਣੀ ਨੂੰ, ਆਪਣੀ ਸੁਣਨ ਸ਼ਕਤੀ ਨੂੰ, ਆਪਣੀ ਵਿਚਾਰਨ ਸ਼ਕਤੀ ਨੂੰ, ਦੇਖਣ ਸ਼ਕਤੀ ਨੂੰ ਸੰਜਮ ਵਿੱਚ ਲੈ ਕੇ ਆਉਣਾ ਹੈ, ਡਿਸਿਪਲਿਨ ਵਿੱਚ, ਮਰਿਆਦਾ ਵਿੱਚ ਲੈ ਕੇ ਆਉਣਾ ਹੈ। ਤੇ ਸੰਜਮ ਭਰਿਆ ਜੀਵਨ ਹੀ ਮਹਾਰਾਜ ਕਹਿੰਦੇ ਪ੍ਰਵਾਨ ਹੁੰਦਾ ਹੈ, ਸਫਲ ਹੁੰਦਾ ਹੈ। ਬਾਣੀ ਵਿੱਚ ਸਾਹਿਬ ਜੀ ਜ਼ਿਕਰ ਕਰਦੇ ਨੇ, ਆ ਹੁਣੇ ਸੁਣਿਆ ਆਪਾਂ ਨੇ, ਕਿ ਪੂਰੀ ਕਾਇਨਾਤ ਇਹ ਦਿਸਦਾ ਪਸਾਰਾ ਜਿਹੜਾ ਹੈ ਇਹ ਸੰਜਮ ਵਿੱਚ ਚੱਲ ਰਿਹਾ ਹੈ, ਵਾਹਿਗੁਰੂ ਜੀ ਦੇ ਭੈ ਰੂਪੀ ਹੁਕਮ ਵਿੱਚ ਚੱਲ ਰਿਹਾ ਹੈ। ਕੁਛ ਵੀ ਜਿਹੜਾ ਬੇਸੰਜਮਾ ਨਹੀਂ ਹੈ। ਇੱਕ ਬੰਦਾ ਹੀ ਹੈ ਜਿਹੜਾ ਸੰਜਮ ਵਿੱਚ ਨਹੀਂ ਰਹਿ ਪਾ ਰਿਹਾ। ਸਾਹਿਬ ਜੀ ਕਹਿੰਦੇ ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਇਹ ਸਭ ਅੱਗ, ਪਾਣੀ, ਹਵਾ, ਧਰਤੀ ਸਭ ਮਰਿਆਦਾ ਵਿੱਚ ਹੈ। ਬੰਦੇ ਦਾ ਪੁੱਤ ਨਹੀਂ ਬਣਦਾ ਇਹ ਬੰਦਾ, ਇਹ ਮਰਿਆਦਾ ਵਿੱਚ ਨਹੀਂ ਆਉਂਦਾ, ਬੰਦੇਪਣ ਨੂੰ ਛੱਡਦਾ। ਇਸੇ ਕਰਕੇ ਨਿੱਕੀ ਨਿੱਕੀ ਗੱਲ ਤੇ ਬਜ਼ੁਰਗਾਂ ਨੂੰ, ਵੱਡਿਆਂ ਨੂੰ, ਸਿਆਣਿਆਂ ਨੂੰ ਕਹਿਣਾ ਪੈਂਦਾ ਹੈ, ਉਹ ਕੀ ਕਰੀ ਜਾਣਾ, ਬੰਦਾ ਬਣ, ਬੰਦਿਆਂ ਵਾਲੀ ਗੱਲ ਕਰ। ਬੰਦਾਪਣ ਗੁਆਚਦਾ ਸਾਡੇ ਅੰਦਰੋਂ, ਤੇ ਉਹ ਬੰਦਾਪਣ ਗੁਆਚਣ ਦੇ ਪ੍ਰਮਾਣ ਇਹ ਨੇ, ਸਾਨੂੰ ਬੋਲਣਾ ਨਹੀਂ ਆ ਰਿਹਾ, ਸਾਨੂੰ ਸੁਣਨਾ ਨਹੀਂ ਆ ਰਿਹਾ, ਸਾਨੂੰ ਦੇਖਣਾ ਨਹੀਂ ਆ ਰਿਹਾ। ਕੀ ਕਹਿੰਦੇ ਨੇ ਕਬੀਰ ਜੀ? ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਕਿਸ ਤਰ੍ਹਾਂ ਦੇ ਬੋਲ ਬੋਲੇ ਜਾਣ? ਜੈਸੇ ਰਾਮ ਨਾਮ ਰਵ ਰਹੀ ਹੈ, ਜਿਹਦੇ ਨਾਲ ਸਾਨੂੰ ਵਾਹਿਗੁਰੂ ਜੀ ਦੀ ਯਾਦ ਨਾ ਭੁੱਲੇ, ਵਾਹਿਗੁਰੂ ਜੀ ਦੀ ਪਿਆਰ ਯਾਦ ਵਿੱਚ ਜੁੜਨਾ ਆ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਬੈਠਿਆ ਕਰੋ ਪ੍ਰਭੂ ਦੇ ਪਿਆਰਿਆਂ ਕੋਲ,
ਸੰਤ ਤਾਈ ਵਾਲੀ ਬਿਰਤੀ ਵਾਲਿਆਂ ਕੋਲ ਬੈਠਿਆ ਕਰੋ, ਤਾਂ ਕਿ ਉਹਨਾਂ ਨੂੰ ਜਿੱਦਾਂ ਵਾਹਿਗੁਰੂ ਜੀ ਨੂੰ ਬੋਲ ਬੋਲ ਕੇ ਰਿਝਾਉਣਾ ਆ ਗਿਆ, ਪ੍ਰਸੰਨ ਕਰਨਾ ਆ ਗਿਆ, ਸੱਤ ਦੇ ਨਾਲ ਉਹਨਾਂ ਦਾ ਸੰਗ ਹੋ ਗਿਆ, ਉਹਨਾਂ ਨਾਲ ਬੈਠਿਆ ਕਰੋ, ਉਹਨਾਂ ਨੂੰ ਸੁਣਿਆ ਕਰੋ, ਉਹਨਾਂ ਨੂੰ ਪੁੱਛਿਆ ਕਰੋ, ਉਹਨਾਂ ਨਾਲ ਗੱਲਬਾਤ ਕਰਿਆ ਕਰੋ। ਉਹਨਾਂ ਵਰਗੀ ਬੋਲ ਬਾਣੀ ਕਿਵੇਂ ਬਣ ਸਕਦੀ ਹੈ, ਇਹਦੀ ਚਰਚਾ ਕਰਿਆ ਕਰੋ ਉਹਨਾਂ ਨਾਲ। ਸੰਤ ਮਿਲੈ ਕਿਛ ਸੁਣੀਐ ਕਹੀਐ, ਪਰ ਇੱਕ ਗੱਲ ਨਾਲ ਮਹਾਰਾਜ ਕਹਿੰਦੇ ਇਹ ਵੀ ਧਿਆਨ ਰੱਖਿਓ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਜਿੱਥੇ ਤੁਹਾਨੂੰ ਲੱਗੇ ਨਾ ਕਿ ਫਿੱਕੇ ਬੋਲ ਬੋਲਣ ਦੀ ਸੰਭਾਵਨਾ ਹੈ, ਜਿੱਥੇ ਕਿਤੇ ਰੁੱਖਾਪਣ ਆ ਸਕਦਾ ਹੈ, ਵਾਦ ਵਿਵਾਦ ਪੈਦਾ ਹੋ ਕੇ ਬਹਿਸੋਂ ਵਾਸਿਆਂ ਵਿੱਚ ਪੈ ਕੇ, ਚੁੰਝ ਚਰਚਾ ਵਿੱਚ ਪੈ ਕੇ ਝਗੜੇ ਕਲੇਸ਼ ਬਣ ਸਕਦੇ ਨੇ, ਨਾਰਾਜ਼ਗੀਆਂ ਪੈਦਾ ਹੋ ਸਕਦੀਆਂ, ਚੁੱਪ ਕਰ ਜਾਓ। ਉੱਥੇ ਬੋਲਣਾ ਬੰਦ ਕਰ ਦਿਓ। ਬੋਲਣ ਸ਼ਕਤੀ ਨੂੰ ਅਜਾਈ ਨਾ ਗਵਾਓ, ਵਿਅਰਥ ਨਾ ਗਵਾਓ, ਨਹੀਂ ਤੇ ਨਤੀਜੇ ਨਮੋਸ਼ੀ ਭਰੇ, ਅਸ਼ਾਂਤੀ ਭਰੇ, ਝਗੜੇ ਕਲੇਸ਼ਾਂ ਵਾਲੇ ਨਿਕਲਣਗੇ। ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਫਿਰ ਅੱਗੇ ਕਹਿੰਦੇ ਮੂਰਖ ਸਿਉ ਬੋਲੇ ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਇਹ ਝੱਖ ਮਾਰਨ ਦੀ ਗੱਲ ਹੈ। ਵਿਅਰਥ ਬੋਲਣ ਸ਼ਕਤੀ ਗਵਾ ਲਈ ਤੁਸੀਂ ਨਾ, ਪਰ ਉਪਕਾਰੀਆਂ ਨਾਲ ਬੈਠੋਗੇ, ਉਹ ਆਪ ਤੁਹਾਨੂੰ ਮਿੱਠਾ ਬੋਲਣਗੇ, ਤੁਹਾਡੇ ਅੰਦਰ ਦਾ ਰੁੱਖਾਪਣ ਉਹਨਾਂ ਦੀ ਸੰਗਤ ਵਿੱਚੋਂ ਮੁੱਕੇਗਾ। ਇਹ ਹੈ ਗੁਰਮਤਿ ਜੀਵਨ ਜੁਗਤ, ਜਿਹੜੀ ਅੱਜ ਪਾਤਸ਼ਾਹ ਸਾਨੂੰ ਸਾਡੇ ਭਲੇ ਵਾਸਤੇ ਦ੍ਰਿੜ ਕਰਾਉਣਾ ਚਾਹੁੰਦੇ ਨੇ। ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ। ਮਹਾਰਾਜ ਕਹਿੰਦੇ ਗੱਲਾਂ ਤੇ ਬਥੇਰੀਆਂ ਕਰ ਲੈਣਾ, ਮੈਂ ਵੀ ਕਰ ਲਈ, ਉਧਾਰ ਲੈ ਕੇ ਸਤਿਗੁਰੂ ਕੋਲੋਂ ਤੁਸੀਂ ਸੁਣ ਲਈ, ਪਰ ਦਾਤਾਰ ਜੀ ਕਹਿੰਦੇ ਇਹ ਅੰਦਰ ਦ੍ਰਿੜ ਕਿਸੇ ਕਿਸੇ ਨੂੰ ਹੁੰਦੀ ਗੁਰੂ ਦੇ ਪ੍ਰਸਾਦ ਦਾ ਪਾਤਰ ਬਣ ਕੇ, ਜਿਹੜਾ ਗੁਰੂ ਕੋਲ ਝੋਲੀ ਅੱਡ ਕੇ ਮੰਗਦਾ ਹੈ, ਪਾਤਸ਼ਾਹ ਮੈਂ ਗੱਲਾਂ ਜੋਗਾ ਨਾ ਰਵਾਂ, ਮੈਂ ਗੱਲਾਂ ਜੋਗੀ ਨਾ ਰਹਿ ਜਾਵਾਂ, ਪਾਤਸ਼ਾਹ ਇਹ ਗੱਲਾਂ ਕੇਵਲ ਗੱਲਾਂ ਨਾ ਰਹਿਣ, ਇਹ ਮੇਰੇ ਅੰਦਰ ਦਾ ਸੁਭਾਅ ਬਣ ਜਾਣ, ਮੇਰੀਆਂ ਆਦਤਾਂ ਵਿੱਚ ਇਹ ਸ਼ਾਮਲ ਹੋ ਜਾਏ ਕਿ ਮੈਂ ਜਦੋਂ ਬੋਲਣਾ ਹੈ ਗੁਰੂ ਦੇ ਦੱਸੇ ਹੋਏ ਉਪਦੇਸ਼ ਮੁਤਾਬਕ ਉਹ ਬੋਲਣਾ ਹੈ, ਜਿਹਦੇ ਨਾਲ ਗੁਰੂ ਵੀ ਪ੍ਰਸੰਨ ਹੋਵੇ ਤੇ ਮੇਰਾ ਸਿਰਜਣਹਾਰ ਵਾਹਿਗੁਰੂ ਵੀ ਪ੍ਰਸੰਨ ਹੋਵੇ। ਕਿਸੇ ਕਿਸੇ ਵਿਰਲੇ ਨੂੰ ਮਹਾਰਾਜ ਕਹਿੰਦੇ ਇਹ ਸਮਝ ਆਉਂਦੀ ਹੈ, ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ। ਨਹੀਂ ਤੇ ਮਹਾਰਾਜ ਨੇ ਮੇਰੇ ਵਰਗੇ ਵਾਸਤੇ ਇਹ ਬਚਨ ਕੀਤਾ ਹੈ। ਮਹਾਰਾਜ ਕਹਿੰਦੇ ਮੇਰੇ ਲਈ ਹੈ ਉਹ ਗੱਲ ਆਖੀ, ਮੈਂ ਗੁਣ ਗੱਲਾਂ ਕੇ ਸਿਰ ਪਾਰ। ਮੈਂ ਤੇ ਗੱਲਾਂ ਦੀਆਂ ਹੀ ਪੰਡਾਂ ਚੁੱਕੀ ਫਿਰਦਾ, ਗੱਲਾਂ ਤੱਕ ਹੀ ਸੀਮਤ ਹਾਂ, ਅੰਦਰ ਉਸ ਨੂੰ ਮੈਂ ਆਪਣੇ ਵਰਤੋਂ ਵਿਹਾਰ ਦਾ, ਆਪਣੀਆਂ ਆਦਤਾਂ ਦਾ, ਸੁਭਾਅ ਦਾ ਹਿੱਸਾ ਨਹੀਂ ਬਣਾਇਆ। ਮਹਾਰਾਜ ਕਹਿੰਦੇ ਗੱਲਾਂ ਕਰਨੀਆਂ ਜ਼ਰੂਰੀ ਨੇ, ਗੱਲਾਂ ਕਰੋ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ। ਕੁਛ ਕਹਿਣਾ ਹੈ, ਕੁਛ ਸੁਣਨਾ ਹੈ, ਪਰ ਕਹਿਣਾ ਸੁਣਨਾ ਉਹ ਗੱਲਾਂ ਸਿਰਜਣਹਾਰ, ਜਿਹੜੀਆਂ ਸਾਨੂੰ ਗੱਲਾਂ ਸੁਣਦੇ ਹਾਂ, ਸੁਣਾਉਂਦੇ ਹਾਂ, ਵਾਹਿਗੁਰੂ ਜੀ ਨਾਲ ਜੋੜਨ ਦੇ ਸਮਰੱਥ ਬਣਾ ਦੇਣ, ਜੋੜਨ ਦਾ ਸਾਧਨ ਬਣ ਜਾਣ। ਟੁੱਟੀਏ ਨਾ ਅਸੀਂ। ਮਹਾਰਾਜ ਕਹਿੰਦੇ ਸਾਖਤ ਟੁੱਟੇ ਨੇ ਆਪਣੀ ਬੋਲ ਬਾਣੀ ਕਰਕੇ, ਨਾ ਉਹ ਇਸ ਸੰਸਾਰ ਦੇ ਵਿੱਚ ਇੱਜ਼ਤ ਮਾਣ ਲੈ ਪਾ ਰਹੇ ਨੇ, ਸੰਸਾਰ ਨੂੰ ਵੀ ਝਗੜੇ ਕਲੇਸ਼ਾਂ ਨਾਲ ਦੁਖੀ ਕਰ ਰਹੇ ਨੇ, ਨਾ ਗੁਰੂ ਦੀ ਬਖਸ਼ਿਸ਼ ਨਾ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਪਾਉਂਦੇ ਨੇ। ਜ਼ਿੰਦਗੀ ਵਿਅਰਥ ਚਲੀ ਗਈ। ਗੁਰ ਪ੍ਰਸਾਦ ਕਿਨੈ ਬਿਰਲੇ ਜਾਣੀ, ਤਨ ਸੁਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਓ। ਮਹਾਰਾਜ ਕਹਿੰਦੇ ਯਾਦ ਰੱਖੋ ਭਾਈ, ਜੀਵਨ ਦਾ ਲੰਘ ਰਿਹਾ ਸਮਾਂ ਤੇ ਲੰਘੀ ਜਾ ਰਿਹਾ ਹੈ, ਪਰ ਇਸ ਦੇ ਵਿੱਚ ਸਫਲ ਸਮਾਂ ਉਹ ਹੈ ਜਦੋਂ ਤੁਹਾਨੂੰ ਵਾਹਿਗੁਰੂ ਦੇ ਪਿਆਰਿਆਂ ਨਾਲ, ਸਤਸੰਗੀਆਂ ਨਾਲ ਮਿਲ ਬੈਠ ਕੇ ਗੁਰੂ ਦੀ ਦਿੱਤੀ ਹੋਈ ਮਤ ਅਨੁਸਾਰ ਵਾਹਿਗੁਰੂ ਜੀ ਦਾ ਗੁਣਗਾਨ ਕਰਨਾ ਆ ਜਾਏ, ਤੇ ਇਸ ਬੋਲ ਬਾਣੀ ਰਾਹੀਂ ਵਾਹਿਗੁਰੂ ਜੀ ਦਾ ਗੁਣਗਾਨ ਸੁਣਨਾ ਆ ਜਾਏ। ਧੰਨ ਸੋ ਵੇਲਾ, ਉਹ ਸਮਾਂ ਜ਼ਿੰਦਗੀ ਦਾ ਜਿਹੜਾ ਲੰਘ ਰਿਹਾ ਹੈ, ਉਹਦੇ ਵਿੱਚੋਂ ਉਹ ਸਮਾਂ ਧੰਨਤਾ ਯੋਗ ਹੈ, ਮਾਣ ਕਰਨ ਯੋਗ ਹੈ, ਸਫਲ ਹੈ, ਆਨੰਦਦਾਇਕ ਹੈ, ਜਿਸ ਦੇ ਰਾਹੀਂ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਜਸ ਸੁਣਨਾ, ਗਾਉਣਾ ਆ ਗਿਆ, ਆਏ ਤੇ ਪਰਵਾਨਾ ਜੀਓ। ਉਹਨਾਂ ਦਾ ਹੀ ਮਨੁੱਖੀ ਜੀਵਨ ਵਿੱਚ ਆਉਣਾ ਜਿਹੜਾ ਹੈ ਉਹ ਸਫਲ ਹੁੰਦਾ ਹੈ, ਕਿਉਂਕਿ ਮਹਾਰਾਜ ਕਹਿੰਦੇ
ਤੁਸੀਂ ਆਪਣੀ ਬੋਲਣ ਸ਼ਕਤੀ ਰਾਹੀਂ ਜਦੋਂ ਗੁਰੂ ਦੀ ਮੱਤ ਅਨੁਸਾਰ ਵਾਹਿਗੁਰੂ ਜੀ ਦਾ ਗੁਣਗਾਨ ਕਰਨਾ ਤੇ ਵਾਹਿਗੁਰੂ ਜੀ ਦਾ ਗੁਣਗਾਨ ਸੁਣਨਾ ਸਿੱਖ ਲੈਂਦੇ ਹੋ ਤਾਂ ਉਹ ਗੁਣ ਜਿਹੜੇ ਗਾਉਂਦਿਆਂ ਸੁਣਦਿਆਂ ਤੁਹਾਡੀ ਚੇਤਾ ਸ਼ਕਤੀ ਵਿੱਚ ਆਉਂਦੇ ਨੇ ਤਾਂ ਉਸ ਚੇਤਾ ਸ਼ਕਤੀ ਰਾਹੀਂ ਉਹ ਤੁਹਾਡੇ ਅੰਦਰ ਅੰਤਿਸ਼ਕਰਨ ਵਿੱਚ, ਤੁਹਾਡੇ ਮਨ ਵਿੱਚ, ਤੁਹਾਡੀ ਮੱਤ ਵਿੱਚ ਇੱਦਾਂ ਵਸ ਜਾਂਦੇ ਹੈ ਕਿ ਸਧਾਰਨ ਜ਼ਿੰਦਗੀ ਵਿੱਚ ਵੀ ਜਿਉਂਦੇ ਆ ਤੁਹਾਡੇ ਕਰਮ, ਤੁਹਾਡੇ ਵਿਚਾਰ ਉਹਨਾਂ ਗੁਣਾਂ ਦੇ ਪ੍ਰਭਾਵ ਥੱਲੇ ਚੱਲਦੇ ਹੈ। ਗੱਲ ਤਕੜੀ ਤੋਲਣ ਦੀ ਨਹੀਂ ਹੈ, ਤਕੜੀ ਤੇ ਤੁਲ ਜਾਣੀ ਹੈ, ਪਰ ਤਕੜੀ ਤੁਲਦਿਆਂ ਤੋਲਦਿਆਂ ਜੇ 11 12 13 ਤੋਂ 13 13 13 ਹੋ ਜਾਏ ਤੇ ਸਾਹਿਬ ਜੀ ਕਹਿੰਦੇ ਉਹ ਤਕੜੀ ਤੋਲਣੀ ਪ੍ਰਵਾਨ ਹੋ ਜਾਂਦੀ। ਮਹੱਤਤਾ ਇਸ ਗੱਲ ਦੀ ਨਹੀਂ ਕਿ ਤੁਸੀਂ ਕਿਹੜੇ ਕਾਰਜ ਖੇਤਰ ਵਿੱਚ ਚੱਲ ਰਹੇ ਹੋ, ਦੁਕਾਨ ਤੇ ਬੈਠੇ ਹੋ, ਵਪਾਰ ਕਰ ਰਹੇ ਹੋ, ਕਿ ਨੌਕਰੀ ਕਰ ਰਹੇ ਹੋ, ਕਿ ਘਰ ਦੀ ਰਸੋਈ ਵਿੱਚੋਂ, ਕਿ ਗੁਰੂ ਘਰ ਦੇ ਵਿੱਚ ਇੱਥੇ ਧਾਰਮਿਕ ਸ਼੍ਰੇਣੀ ਦੇ ਰੂਪ ਵਿੱਚ ਵਿਚਰ ਰਹੇ ਹੋ। ਕਿਸੇ ਵੀ ਕਾਰਜ ਖੇਤਰ ਵਿੱਚ ਵਿਚਰਦਿਆਂ ਮਹਾਰਾਜ ਕਹਿੰਦੇ ਤੁਹਾਡੇ ਅੰਤਿਸ਼ਕਰਨ ਦੇ ਵਿੱਚ, ਤੁਹਾਡੇ ਚੇਤੇ ਵਿੱਚ ਉਹ ਗੁਣਗਾਨ ਹੈ ਕਿ ਨਹੀਂ ਹੈ, ਜਿਹੜਾ ਤੁਸੀਂ ਕਿਸੇ ਵੇਲੇ ਸਤ ਸੰਗੀਆਂ ਨਾਲ ਮਿਲ ਬੈਠ ਕੇ ਗਾਵਿਆ ਸੁਣਿਆ, ਉਹ ਗਾਵੇ ਸੁਣੇ ਦਾ ਚੇਤਾ ਪ੍ਰਭਾਵ ਤੁਹਾਡੇ ਮਨ ਤੇ ਤੁਹਾਡੀ ਮੱਤ ਤੇ ਹੈ ਕਿ ਨਹੀਂ ਹੈ। ਤੇ ਜੇ ਨਹੀਂ ਹੈ ਤੇ ਫਿਰ ਪ੍ਰਿਥੀ ਚੰਦ ਪੈਦਾ ਹੋ ਜਾਂਦਾ ਹੈ। ਜਿਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੱਜ ਉਪਦੇਸ਼ ਅਸੀਂ ਵਿਚਾਰ ਰਹੇ ਹਾਂ, ਦੋਨੋਂ ਹੀ ਭਰਾ ਨੇ, ਸੰਸਾਰਕ ਤੌਰ ਤੇ ਇੱਕੋ ਹੀ ਪਿਤਾ ਦੇ, ਗੁਰੂਦੇਵ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਨੇ, ਪਰ ਦੋਨਾਂ ਦੀਆਂ ਸੁਰਤੀਆਂ ਬਿਰਤੀਆਂ ਵਿੱਚ ਬੜਾ ਫਰਕ ਹੈ। ਪ੍ਰਿਥੀ ਚੰਦ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਕੇ ਸਤ ਸੰਗੀਆਂ ਵਾਂਗ ਗੁਰੂ ਦੀ ਮੱਤ ਅਨੁਸਾਰ ਨਾ ਬੋਲਣਾ ਆਇਆ, ਨਾ ਸੁਣਨਾ ਆਇਆ। ਨਤੀਜਾ ਕੀ ਨਿਕਲਿਆ? ਅੰਦਰ ਪਈਆਂ ਹੋਈਆਂ ਬੇਸੰਜਮੀਆਂ, ਲੋਭ ਲਾਲਚ ਦੀਆਂ, ਈਰਖਾ ਵਾਲੀਆਂ ਬਿਰਤੀਆਂ ਉਦਾਂ ਹੀ ਪ੍ਰਬਲ ਰਹੀਆਂ। ਉਹ ਗਾਵਿਆ ਸੁਣਿਆ ਵਿਅਰਥ ਚਲਾ ਗਿਆ, ਉਹ ਧੰਨ ਸੁਵੇਲਾ ਨਹੀਂ ਬਣ ਸਕਿਆ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਰਾਮਦਾਸ ਸਾਹਿਬ ਗੁਰੂਦੇਵ ਪਿਤਾ ਦੀ ਸੰਗਤ ਵਿੱਚ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਦਾ ਬਾਣੀ ਰੂਪ ਉਪਦੇਸ਼ ਜਦੋਂ ਗਾਵਿਆ ਵੀ ਤੇ ਸੁਣਿਆ ਵੀ, ਉਹਨਾਂ ਦੇ ਜੀਵਨ ਦੇ ਵਿੱਚ ਨਤੀਜਾ ਕੀ ਨਿਕਲਿਆ? ਅੰਦਰੋਂ ਪੁਕਾਰ ਉੱਠਣੀ ਸ਼ੁਰੂ ਹੋਈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਤੇ ਇਹ ਪੁਕਾਰ ਚੱਲਦੀ 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 ਇੰਨੀ ਪ੍ਰਬਲ ਹੋ ਗਈ, ਇੰਨੀ ਤੜਪ ਭਰੀ, ਵੈਰਾਗ ਭਰੀ ਹੋ ਗਈ ਕਿ ਉਹ ਪੁਕਾਰ ਸੁਣੀ ਗਈ। ਅੱਜ ਸਾਡੇ ਨਾਲ ਮਹਾਰਾਜ ਇਹ ਜ਼ਿਕਰ ਕਰ ਰਹੇ ਨੇ ਆਪਣੇ ਅਨੁਭਵ ਦਾ ਅਖੀਰ ਤੇ ਸ਼ਬਦ ਵਿੱਚ ਕਿ ਪੁਕਾਰ ਸੁਣੀ ਜਾਂਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੀ ਸੁਣੀ ਗਈ। ਨਤੀਜਾ ਕੀ ਨਿਕਲਿਆ? ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀ। ਪਾਤਸ਼ਾਹ ਕਹਿੰਦੇ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਇਹ ਸੰਭਾਵਨਾ ਪਈ ਹੈ, ਬਸ ਲੋੜ ਇਸ ਗੱਲ ਦੀ ਹੈ ਕਿ ਗੁਰੂ ਦੀ ਮੱਤ ਨੂੰ ਕੇਵਲ ਬਾਹਰੀ ਤੌਰ ਤੇ ਗੱਲਾਂ ਤੱਕ ਹੀ, ਕਰਮਕਾਂਡੀ ਤੌਰ ਤੇ ਹੀ ਗਾਉਣਾ ਸੁਣਨਾ ਸੀਮਤ ਨਾ ਕਰੋ। ਇਸ ਨੂੰ ਸੁਰਤੀ ਬਿਰਤੀ ਦੇ ਵਿੱਚ ਲੈ ਕੇ ਜਾਣ ਲਈ ਝੋਲੀ ਅੱਡੋ, ਪਿਆਸ ਜਗਾਓ ਆਪਣੇ ਅੰਦਰ, ਤਾਂ ਕਿ ਇੱਥੇ ਆਉਣਾ ਵੀ ਜਿਹੜਾ ਹੈ ਪ੍ਰਵਾਨ ਹੋ ਜਾਏ ਤੇ ਜੀਵਨ ਜਿਉਣਾ ਵੀ ਜਿਹੜਾ ਹੈ ਉਹ ਮਾਲਕ ਸਿਰਜਣਹਾਰ ਦੇ ਸਨਮੁਖ ਪ੍ਰਵਾਨ ਹੋ ਜਾਏ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਦੇਖਣ ਸ਼ਕਤੀ ਮਿਲੀ ਹੈ। ਮਹਾਰਾਜ ਕਹਿੰਦੇ ਇਹਨਾਂ ਨੇਤਰਾਂ ਨਾਲ ਗੱਲਾਂ ਕਰਿਆ ਕਰੋ, ਇਹਨਾਂ ਨੇਤਰਾਂ ਨਾਲ, ਅੱਖਾਂ ਨਾਲ ਸੰਵਾਦ ਰਚਾਓ, ਬੈਠਿਆ ਕਰੋ ਕੁਝ ਮਿੰਟ ਆਪਣੇ ਆਪ ਨਾਲ, ਇੱਕ ਇੱਕ ਅੰਗ ਨਾਲ ਗੱਲਾਂ ਕਰਨੀਆਂ ਸਿੱਖੋ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਿਹਨੂੰ ਦੇਖ ਰਹੇ ਹੋ ਸੰਸਾਰ ਦੇ ਵਿੱਚ? ਸਿੰਘ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਜ਼ਾਤਾਂ ਪਾਤਾਂ ਨੇ ਘੇਰ ਲਿਆ। ਅਸੀਂ ਜਦੋਂ ਦੇਖਦੇ ਹਾਂ ਗੁਰੂ ਦੇ ਸਿੱਖ ਦੇ ਤੌਰ ਤੇ ਨਹੀਂ ਦੇਖ ਰਹੇ, ਇਹ ਮੇਰੇ ਧੜੇ ਦਾ, ਇਹ ਫਲਾਣੇ ਧੜੇ ਦਾ। ਗੁਰੂ ਘਰ ਵਿੱਚ ਆ ਕੇ ਵੀ ਇਹ ਫਲਾਣੀ ਜ਼ਾਤ ਵਾਲਾ, ਇਹ ਫਲਾਣੀ ਜ਼ਾਤ ਵਾਲਾ ਹੈ, ਤੇ ਜ਼ਾਤ ਬੋਲਣੀ ਸਾਡੇ
ਸੁਭਾਅ ਦਾ ਹਿੱਸਾ ਬਣ ਗਈ। ਸਿੰਘ ਬੋਲਣਾ ਪੂਰੇ ਨਾਮ ਨਾਲ ਉਹ ਵਿਸਰ ਗਿਆ ਸਾਨੂੰ। ਇਹ ਸਿੱਖ ਦੀ, ਸਤ ਸੰਗੀ ਦੀ, ਗੁਰੂ ਦੇ ਨਾਲ ਜੁੜੇ ਹੋਏ ਸਿੱਖ ਦੀ ਜ਼ਿੰਦਗੀ ਦਾ ਪ੍ਰਮਾਣ ਨਹੀਂ ਹੈ। ਸਾਹਿਬ ਕਹਿੰਦੇ ਜਦੋਂ ਤੁਸੀਂ ਦੇਖੋ ਇਸ ਸੰਸਾਰ ਨੂੰ, ਪਹਿਲਾਂ ਤੇ ਆਪਣੇ ਆਪ ਨੂੰ ਦੇਖਣਾ ਸਿੱਖੋ, ਆਪਣੇ ਆਪ ਦੇ ਦਰਸ਼ਕ ਬਣਨਾ ਸਿੱਖੋ, ਆਪਣੇ ਹਰ ਵਿਚਾਰ ਦਾ ਦਰਸ਼ਨ ਕਰੋ ਰੋਜ਼, ਮਾੜਾ ਹੈ ਚੰਗਾ ਹੈ, ਆਪਣੀ ਬੋਲ ਬਾਣੀ ਨੂੰ ਦੇਖਣਾ ਸਿੱਖੋ, ਸੁਣਨਾ ਸਿੱਖੋ, ਆਪਣੀਆਂ ਆਦਤਾਂ ਨੂੰ, ਆਪਣੇ ਹਰ ਕਰਮ ਨੂੰ ਦਰਸ਼ਕ ਬਣ ਕੇ ਦੇਖਣਾ ਸਿੱਖੋ। ਫਿਰ ਉਹਦਾ ਲੇਖਾ ਜੋਖਾ ਗੁਰੂ ਦੀ ਮੱਤ ਅਨੁਸਾਰ ਕਰਨਾ ਸਿੱਖੋ। ਗਲਤ ਗੱਲਾਂ ਨੂੰ ਅਸੀਂ ਨਿੱਕੀ ਨਿੱਕੀ ਗੱਲ ਤੇ ਜਸਟੀਫਾਈ ਕਰਦੇ ਆਨੇ ਆ, ਨਹੀਂ ਜੀ ਨਹੀਂ ਨਹੀਂ ਇਹ ਨਹੀਂ, ਮੈਂ ਇਸ ਤਰ੍ਹਾਂ ਨਹੀਂ ਕੀਤਾ ਜੀ, ਇਹ ਤੁਹਾਨੂੰ ਐਵੇਂ ਲੱਗਦਾ ਹੈ, ਮੈਂ ਇਸ ਤਰ੍ਹਾਂ ਨਹੀਂ ਕੀਤਾ। ਤੇ ਜਦੋਂ ਕਿਤੇ ਸਿੱਧ ਵੀ ਹੋ ਜਾਏ ਕਿ ਮੈਂ ਗਲਤੀ ਤੇ ਆ, ਤਾਂ ਵੀ ਮੈਂ ਯਤਨ ਕਰਦਾ ਕਿ ਉਸ ਗਲਤੀ ਨੂੰ ਪ੍ਰਵਾਨ ਨਾ ਕਰਾਂ। ਫਿਰ ਆਦਤ ਪਈ ਹੋਈ ਹੈ ਇਸ ਤਰੀਕੇ ਨਾਲ ਨਿਰਲਜਤਾ ਵਾਂਗ ਬੋਲਣ ਦੀ। ਉਹ ਜੀ ਸਾਰੇ ਕਰੀ ਜਾਂਦੇ ਆ, ਜੇ ਮੈਂ ਕਰ ਲਿਆ ਤਾਂ ਕੀ ਹੋਇਆ ਨਾ। ਸਾਹਿਬ ਜੀ ਕਹਿੰਦੇ ਅਗਾਹਾਂ ਕੂਤਰਾਂਗ, ਪਿੱਛਾਂ ਫੇਰਨਾ ਮੋਢੜਾ, ਨਾਨਕ ਸਿਜ ਏਵੇਹਾ ਵਾਰ ਬੋੜ ਨਾ ਹੋ ਵੀ ਜਾ। ਮੌਕਾ ਸੰਭਾਲੋ, ਇੱਕ ਇੱਕ ਪਲ ਸੰਭਾਲੋ, ਸੁਚੇਤ ਹੋ ਕੇ। ਹੈਗੀਆਂ ਨੇ ਗਲਤੀਆਂ, ਹਮ ਅਵਗਣ ਭਰੇ ਏਕ ਗੁਣ ਨਾਹੀ। ਸਾਡੇ ਵਿਚਾਰਾਂ ਵਿੱਚ ਕਮੀਆਂ ਨੇ, ਸਾਡੀ ਬੋਲ ਬਾਣੀ ਵਿੱਚ ਖਾਮੀਆਂ ਨੇ, ਦੇਖਣ ਵਿੱਚ, ਸੁਣਨ ਵਿੱਚ, ਵਿਚਾਰਨ ਵਿੱਚ ਬਹੁਤ ਔਗੁਣ ਪ੍ਰਭਾਵਿਤ ਕਰ ਰਹੇ ਨੇ ਸਾਡੇ ਸਾਰੇ ਕੁਛ ਨੂੰ। ਮਹਾਰਾਜ ਕਹਿੰਦੇ ਰੋਜ਼ ਗੁਰੂ ਦੀ ਮੱਤ ਨਾਲ, ਗੁਰੂ ਦੀ ਮੱਤ ਨੂੰ ਕਸਵੱਟੀ ਬਣਾ ਕੇ ਆਤਮ ਚਿੰਤਨ ਕਰਨਾ ਸਿੱਖੋ। ਆਪਣੇ ਆਪ ਨਾਲ, ਆਪਣੇ ਆਪੇ ਦਾ ਦਰਸ਼ਨ ਕਰਕੇ ਲੇਖਾ ਜੋਖਾ ਕਰਨਾ ਸਿੱਖੋ। ਆਪਣੇ ਆਪ ਨਾਲ ਪ੍ਰਸ਼ਨ ਕਰਨੇ ਸਿੱਖੋ ਗੁਰੂ ਦੀ ਮੱਤ ਅਨੁਸਾਰ। ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਮਨ ਚੰਚਲਾ ਚਤੁਰਾਈ ਕੇ ਨਾ ਪਾਇਆ, ਚਲਾਕੀਆਂ ਚੁਸਤੀਆਂ ਛੱਡ ਦੇ ਮੇਰੇ ਮਨਾ, ਇਹਦੇ ਨਾਲ ਕੁਝ ਪ੍ਰਾਪਤੀ ਨਹੀਂ ਹੋਣੀ। ਇਹ ਗੱਲਾਂ ਕਰਨੀਆਂ ਸਾਨੂੰ ਸਿਖਾਈਆਂ ਆਪਣੇ ਆਪ ਨਾਲ। ਫਿਰ ਗੁਰੂਦੇਵ ਕਹਿੰਦੇ ਜਦੋਂ ਇਸ ਸੰਸਾਰ ਨੂੰ ਦੇਖੋ ਨਾ, ਪਹਿਲਾਂ ਆਪਣੇ ਅੰਦਰ ਜੋਤ ਦਾ ਪ੍ਰਕਾਸ਼ ਦੇਖਣ ਦੀ ਗੁਰੂ ਕੋਲੋਂ ਬਲ ਬੁੱਧੀ ਸਮਰੱਥਾ ਮੰਗੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਆਪਣੇ ਅੰਦਰ ਦੇ ਜੋਤ ਸਰੂਪ ਨੂੰ ਜਦੋਂ ਦੇਖਣਾ ਆ ਜਾਏ, ਫਿਰ ਸੰਸਾਰ ਨੂੰ ਦੇਖਣਾ ਸਿੱਖੋ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਮੇਰੇ ਕਹਿੰਦੇ ਗੱਲਾਂ ਨਾਲ ਨਹੀਂ ਹੋਣਾ, ਗੁਰ ਪ੍ਰਸਾਦੀ ਬੁੱਝਿਆ। ਇਹ ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਮੱਤ ਦਾ ਅਨੁਸਾਰੀ ਬਣ ਕੇ, ਗੁਰੂ ਦੀ ਮੱਤ ਦੇ ਪਿੱਛੇ ਪਿੱਛੇ ਸ਼ਬਦ ਦਾ ਪੱਲਾ ਪਕੜ ਕੇ ਇਹ ਸੰਭਾਵਨਾ ਤੁਹਾਡੇ ਜੀਵਨ 'ਚ ਆਉਣੀ ਹੈ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ, ਗਿਆਨ ਦੀਆਂ ਅੱਖਾਂ ਨਹੀਂ ਸਾਡੇ ਕੋਲ। ਦੇਖਣ ਸ਼ਕਤੀ, ਮਹਾਰਾਜ ਕਹਿੰਦੇ ਅੰਨੇ ਉਹ ਨਹੀਂ ਹੁੰਦੇ ਜਿਨ੍ਹਾਂ ਕੋਲ ਇਹ ਸਰੀਰਕ ਤੌਰ ਤੇ ਦੇਖਣ ਸ਼ਕਤੀ ਨਹੀਂ ਹੈ, ਬਲਕਿ ਮਹਾਰਾਜ ਕਹਿੰਦੇ ਅੰਨੇ ਉਹ ਨੇ ਜਿਨ੍ਹਾਂ ਨੂੰ ਇਸ ਦੇਖਣ ਸ਼ਕਤੀ ਦਾ ਸੁਚੱਜਾ ਇਸਤੇਮਾਲ ਕਰਨਾ ਨਹੀਂ ਆ ਰਿਹਾ, ਸੁਚੱਜੀ ਵਰਤੋਂ ਕਰਨੀ ਨਹੀਂ ਆ ਰਹੀ। ਸਾਹਿਬ ਦਾ ਬਚਨ ਬਾਣੀ ਵਿੱਚ ਅੰਧੇ ਇਹ ਨਾ ਅੱਖੀਆਂ ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਖਸਮੋਂ ਕੁੱਥੇ ਜਾਹੇ। ਜਿਹੜੇ ਵਾਹਿਗੁਰੂ ਜੀ ਦੇ ਮਾਰਗ ਤੇ, ਵਾਹਿਗੁਰੂ ਜੀ ਦੀ ਪਿਆਰ ਯਾਦ ਵਾਲੇ ਮਾਰਗ ਤੇ ਚੱਲਦਿਆਂ ਹੋਇਆਂ ਇਸ ਵਾਹਿਗੁਰੂ ਜੀ ਦੇ ਬਣਾਏ ਹੋਏ ਦਿਸਦੇ ਪਸਾਰੇ ਨੂੰ ਦੇਖਣ ਦੀ ਜਾਚ ਨਹੀਂ ਸਿੱਖਦੇ। ਸਾਹਿਬ ਜੀ ਕਹਿੰਦੇ ਉਹ ਅੰਨੇ ਨੇ। ਉਹ ਅੰਨੇ ਇਸ ਕਰਕੇ ਕਿਉਂਕਿ ਉਹਨਾਂ ਨੂੰ ਆਪਣੀ ਦੇਖਣ ਸ਼ਕਤੀ ਦੀ ਸੁਚੱਜੀ ਵਰਤੋਂ ਕਰਨੀ ਨਹੀਂ ਆਈ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਜਿਨ੍ਹਾਂ ਨੇ ਆਪਣੇ ਅੰਦਰ ਵੀ ਤੇ ਇਸ ਦਿਸਦੇ ਪਸਾਰੇ ਵਿੱਚ ਵੀ ਵਾਹਿਗੁਰੂ ਜੀ ਦਾ ਦਰਸ਼ਨ ਕਰਨਾ ਸਿੱਖ ਲਿਆ। ਮਹਾਰਾਜ ਕਹਿੰਦੇ ਉਹ ਨੇਤਰ, ਉਹ ਅੱਖਾਂ ਸਫਲ ਨੇ, ਪ੍ਰਵਾਨ ਨੇ, ਕਿਉਂਕਿ ਉਹਨਾਂ ਨੂੰ ਜਿਹੜੀ ਦੇਖਣ ਸ਼ਕਤੀ ਮਿਲੀ ਉਹਦੇ ਰਾਹੀਂ ਆਨੰਦ ਦੇ ਸੋਮੇ ਕਰਤਾ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਕਰਦਿਆਂ ਆਨੰਦ ਦੀ ਪ੍ਰਾਪਤੀ ਦੀ ਆਪਣੇ ਅੰਦਰ ਸੰਭਾਵਨਾ ਬਣਾ ਲਈ।
ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਉਹ ਹੱਥ ਕੁਛ ਕਰਨ ਦੀ ਸ਼ਕਤੀ, ਮਹਾਰਾਜ ਕਹਿੰਦੇ ਉਹ ਹੱਥ ਭਲੇ ਨੇ ਜਿਨ੍ਹਾਂ ਨੂੰ ਹਰ ਜਸ ਲਿਖਣਾ ਆ ਗਿਆ। ਇਸ ਬਚਨ ਨੂੰ ਧਿਆਨ ਨਾਲ ਥੋੜ੍ਹਾ ਜਿਹਾ ਵਿਚਾਰੀਏ। ਇਹਦਾ ਮਤਲਬ ਸਤਿਗੁਰੂ ਇਹ ਨਹੀਂ ਕਹਿੰਦੇ ਕਿ ਹਰ ਵੇਲੇ ਤੁਸੀਂ ਵਾਹਿਗੁਰੂ ਜੀ ਦੀਆਂ ਗੱਲਾਂ ਲਿਖੀ ਜਾਓ, ਲਿਖੀ ਜਾਓ, ਲਿਖੀ ਜਾਓ। ਬਥੇਰੇ ਕਰਮਕਾਂਡ ਇਸ ਤਰ੍ਹਾਂ ਦੇ ਮੈਨੂੰ ਖਿਮਾ ਕਰਨਾ ਚੱਲੇ ਹੋਏ ਨੇ। ਬਹੁਤੇ ਧਾਰਮਿਕ ਵਿਸ਼ਵਾਸਾਂ ਵਾਲਿਆਂ ਨੇ ਕੋਈ ਰਾਮ ਰਾਮ ਹੀ ਕਾਪੀਆਂ 'ਤੇ ਲਿਖ ਲਿਖ ਕੇ ਭਰੀ ਜਾਂਦਾ ਹੈ। ਸਾਡੇ ਵਿੱਚ ਵੀ ਵਾਹਿਗੁਰੂ 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 ਕਾਪੀਆਂ ਭਰੀ ਜਾਂਦੇ ਲਿਖ ਲਿਖ ਕੇ। ਉਹ ਭਾਈ ਮੁਬਾਰਕ ਹੈ ਤੁਹਾਨੂੰ ਵਾਹਿਗੁਰੂ ਜੀ ਨਾਲ ਪਿਆਰ, ਅਤੇ ਤੁਸੀਂ ਇਹ ਲਿਖ। ਪਰ ਮਹਾਰਾਜ ਕਹਿੰਦੇ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣੀ ਇਹ ਚਾਹੁੰਦਾ ਕਿ ਇਹਨਾਂ ਹੱਥਾਂ ਨਾਲ ਜੋ ਕੁਛ ਕਰਦੇ ਹੋ ਨਾ, ਜਿਹੜੀ ਵੀ ਕਿਰਤ ਕਰਦੇ ਹੋ, ਉਸ ਕਿਰਤ ਦੇ ਵਿੱਚੋਂ ਇਸ ਤਰ੍ਹਾਂ ਦਾ ਲੇਖਾ ਨਿਕਲੇ ਜਿਹੜਾ ਤੁਹਾਨੂੰ ਵਾਹਿਗੁਰੂ ਜੀ ਦਾ ਚੇਤਾ ਦਿਵਾਵੇ। ਕਿਰਤ ਤੇ ਕੋਈ ਵੀ ਕਰਨੀ ਹੈ, ਜੇ ਘਰ ਦੀ ਸੁਆਣੀ ਘਰ ਦੀ ਰਸੋਈ ਦੇ ਵਿੱਚ ਕੜਛੀ ਮਾਰ ਰਹੀ ਹੈ ਤੇ ਜੇ ਉਸ ਨੂੰ ਵਾਹਿਗੁਰੂ ਜੀ ਚੇਤੇ ਆ ਰਹੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ, ਹੇ ਵਾਹਿਗੁਰੂ ਜੀ ਤੁਹਾਡੀ ਦਿੱਤੀ ਹੋਈ ਇਹ ਰਸਦ, ਤੁਹਾਡਾ ਦਿੱਤਾ ਹੋਇਆ ਇਹ ਪਦਾਰਥ, ਮੈਂ ਆ ਜਿਹੜਾ ਪਰਿਵਾਰ ਮੈਨੂੰ ਬਖਸ਼ਿਸ਼ ਕੀਤਾ ਇਹਨੂੰ ਬਣਾ ਕੇ ਛਕਾਉਣਾ ਹੈ, ਪਾਤਸ਼ਾਹ ਜੀਓ ਕਿਰਪਾ ਕਰਿਓ ਮੈਂ ਜਿੰਨਾ ਚਿਰ ਇਹ ਬਣਾਵਾਂ ਤੇ ਤੁਹਾਡਾ ਚੇਤਾ, ਤੁਹਾਡਾ ਹਰ ਜਸ, ਤੁਹਾਡਾ ਕੋਈ ਸ਼ਬਦ ਇਹ ਮੇਰੀ ਜ਼ਬਾਨ ਤੇ, ਮੇਰੀ ਸੁਰਤੀ ਬਿਰਤੀ ਵਿੱਚ ਰਵੇ, ਤਾਂ ਕਿ ਇਹ ਰੋਟੀ ਨਾ ਬਣੇ, ਇਹ ਗੁਰੂ ਕਾ ਲੰਗਰ ਬਣ ਜਾਵੇ। ਇਹ ਹਰ ਜਸ ਦਾ ਲੇਖਾ ਲਿਖਿਆ ਗਿਆ। ਤੁਹਾਡੀ ਹਰ ਕਿਰਤ ਵਿੱਚੋਂ ਜਦੋਂ ਵਾਹਿਗੁਰੂ ਜੀ ਦਾ ਚੇਤਾ ਆਵੇਗਾ ਤੇ ਉਹ ਤੁਹਾਡੇ ਕਰਮਾਂ ਨਾਲ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਹੱਥਾਂ ਨਾਲ, ਮਹਾਰਾਜ ਕਹਿੰਦੇ ਉਹ ਹਰ ਜਸ ਲਿਖਣ ਵਾਲਾ ਬਣ ਜਾਂਦਾ ਹੈ। ਤੇ ਇਹੋ ਹੀ ਮਹਾਰਾਜ ਕਹਿੰਦੇ ਕਰੋ। ਤੁਸੀਂ ਤੱਕੜੀ ਤੋਲ ਰਹੇ ਹੋ, ਜਿਵੇਂ ਮੈਂ ਬੇਨਤੀ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ 11 12 13 13 13 13 13 ਲੇਖਾ ਲਿਖਿਆ ਗਿਆ। ਹੁਣ ਤੱਕੜੀ ਤੇ ਆਪਣੀ ਜਗ੍ਹਾ ਤੇ ਤੋਲੀ ਰਹੀ ਹੈ, ਪਰ ਹਰ ਜਸ ਵਾਲਾ ਲੇਖਾ ਲਿਖਿਆ ਜਾ ਰਿਹਾ ਨਾਲ ਨਾਲ। ਪਾਤਸ਼ਾਹ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਸਭ ਕੁਛ ਤੇਰਾ, ਸਭ ਕੁਛ ਤੇਰਾ, ਲੇਖਾ ਲਿਖਿਆ ਗਿਆ। ਦਾਤਾਰ ਜੀ ਕਹਿੰਦੇ ਉਹ ਕਰਮ ਜਿਹੜੇ ਹੱਥਾਂ ਨਾਲ ਕਰਦੇ ਆ ਵਾਹਿਗੁਰੂ ਜੀ ਜਦ ਚੇਤਾ ਕਰਾਉਣ, ਉਹ ਕਰ ਭਲੇ ਨੇ। ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿਨ ਸੰਗ ਪਛਾਣਾ ਜੀਓ। ਪਾਤਸ਼ਾਹ ਉਹ ਚਰਨ ਸੁਹਾਵਣੇ ਨੇ, ਸਫਲੇ ਨੇ, ਸੁਖਦਾਈ ਨਤੀਜਿਆਂ ਵਾਲੇ ਨੇ, ਜਿਨ੍ਹਾਂ ਚਰਨਾਂ ਨੂੰ ਅਸੀਂ ਉਸ ਪਾਸੇ ਵੱਲ ਤੋਰਨ ਦਾ ਉਦਮ ਉਪਰਾਲਾ ਕਰਦੇ ਹਾਂ, ਜਿਹੜਾ ਮਾਰਗ ਵਾਹਿਗੁਰੂ ਜੀ ਦੇ ਪਿਆਰ ਵਾਲਾ, ਵਾਹਿਗੁਰੂ ਜੀ ਦੇ ਸਤ ਸੰਗੀਆਂ ਨਾਲ ਮਿਲਾਪ ਕਰਾਉਣ ਵਾਲਾ, ਉਸ ਮਾਰਗ 'ਤੇ ਚੱਲਦੇ ਹਾਂ। ਤਾਂ ਮਹਾਰਾਜ ਕਹਿੰਦੇ ਇਹ ਜਿਹੜਾ ਸਤ ਸੰਗੀਆਂ ਦੇ ਪਾਸੇ ਲੈ ਕੇ ਜਾਣ ਵਾਲਾ ਮਾਰਗ ਹੈ ਨਾ, ਇਸ ਮਾਰਗ 'ਤੇ ਚੱਲਦੇ ਰਹੋਗੇ, ਇਹ ਵਿਘਨ ਵਿਕਾਰਾਂ ਦੇ ਤੁਹਾਡੇ ਜੀਵਨ ਦੇ ਵਿੱਚ ਨਹੀਂ ਪੈਣਗੇ। ਇਹੀ ਪੜ੍ਹਦੇ ਆ ਨਾ ਜੀ ਜਪਜੀ ਸਾਹਿਬ 'ਚ, ਮੰਨੈ ਮਗ ਨਾ ਚੱਲੈ ਪੰਥ। ਉਹ ਰੁਕਾਵਟਾਂ ਵਾਲਾ ਵਾਤਾਵਰਣ, ਉਹ ਸੰਭਾਵਨਾਵਾਂ ਜਿਹੜੀਆਂ ਵਿਕਾਰੀ ਬਿਰਤੀਆਂ ਸਾਡੇ ਜੀਵਨ ਵਿੱਚ ਆਨੰਦ ਸਾਡਾ ਖੋਹ ਲੈਂਦੀਆਂ ਨੇ, ਮਹਾਰਾਜ ਕਹਿੰਦੇ ਉਹ ਪਿੱਛੇ ਰਹਿ ਜਾਂਦੀਆਂ ਨੇ। ਚਰਨ ਚਲੋ ਮਾਰਗ ਗੋਬਿੰਦ ਦੀ ਗੱਲ ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਮਾਰਗ ਤੇ ਚੱਲੀ ਜਾਓ। ਅੱਜ ਨਹੀਂ ਮਨ ਮੰਨਦਾ, ਕੋਈ ਗੱਲ ਨਹੀਂ, ਜਿਵੇਂ ਕਿਵੇਂ ਆਪਣੇ ਮਨ ਨੂੰ ਸਮਝਾ ਕੇ ਲੈ ਕੇ ਆਉਣਾ ਸ਼ੁਰੂ ਕਰੋ। ਇਹ ਇੱਕ ਨਾ ਇੱਕ ਦਿਨ ਮਹਾਰਾਜ ਕਹਿੰਦੇ ਮਨ ਪਤੀਜ ਜਾਏਗਾ। ਜਦੋਂ ਸਤ ਸੰਗੀਆਂ ਨੂੰ ਰਸ ਵਿੱਚ ਮਗਨ ਦੇਖਾਂਗੇ, ਉਹਨਾਂ ਨੂੰ ਜਦੋਂ ਆਨੰਦ ਦੀ ਮਸਤੀ ਦੇ ਵਿੱਚ, ਸਹਿਜ ਵਿੱਚ, ਟਿਕਾਓ ਵਿੱਚ ਜੀਵਨ ਜਿਉਂਦਿਆਂ ਦੇਖਾਂਗੇ, ਤਾਂ ਉਹਨਾਂ ਦੀ ਰੀਸ ਕਰਨ ਦਾ ਚਾਉ ਅੰਦਰ ਪੈਦਾ ਹੋ ਜਾਏਗਾ। ਤੇ ਸਾਡੇ ਪੈਰਾਂ ਨੂੰ ਵੀ ਆਦਤ ਪੈ ਜਾਏਗੀ ਦੁਨੀਆ ਦੇ ਰੰਗ ਤਮਾਸ਼ਿਆਂ ਨਸ਼ਿਆਂ ਵਾਲੇ ਪਾਸਿਆਂ ਨੂੰ ਜਾਣ ਦੀ ਬਜਾਏ ਗੁਰੂ ਵਾਲੇ ਪਾਸੇ ਆਉਣ ਦੀ। ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਵਾਹਿਗੁਰੂ ਜੀ ਦੇ ਨਾਲ ਜਾਣ ਪਛਾਣ ਬਣਾ ਲਈ, ਰਿਸ਼ਤਾ ਬਣਾ ਲਿਆ, ਸਾਂਝ ਪਿਆਰ ਵਾਲੀ ਬਣਾ ਲਈ। ਉਹ ਜਿਹੜੇ ਮਾਰਗ 'ਤੇ ਚੱਲਣ ਵਾਲੇ,
मैं उन्हां तो सदके जाना ताकि उन्हां दी संगत विच मैनू भी चरण चलो मार्ग गोबिंद दी आदत पै जावे। सुन साजन मेरे मीत प्यारे साध संग खिन माहे उदारे। हुण महाराज सानू संबोधन करदे कहंदे है, ओ गुरु दर ते आउण वाले मेरे सज्जणों मेरे मित्रों प्यारिओ सुनो ध्यान नाल, साध संग खिन माहे उदारे। गुरु दे प्यारियां दी गुरु दी संगत विच आया करो। याद रखो महाराज कहंदे समां नहीं लगदा हुंदा माड़े पासियां तो चंगे पासे आउण विच, अपणियां माड़ेपण दीआं आदतां छड्डण विच, माड़ेपण वाले विचार कर्म छड्डण विच समां नहीं लगदा। भाई साहब भाई सज्जन जी नूं बहुता समां नहीं सी लग्गिया। इक्को ही शब्द सुनिया सी, धन गुरु नानक साहब जी दे कोल बैठ के एक शब्द ने ही करामात कर दित्ती सी। अंदर दीआं ठग बिरतियां खत्म हो गईयां, वो बनाई हुई कतलगाह खत्म हो गई, खून खराबे वाले कर्म मुक गए। चरनां ते टह के गुरु कोलों सज्जन बिरतियां दी दात मंग लई ते बख्शिशां दा दर खुल गया। भाई सज्जन जी दी कतलगाह सच्ची मुच्ची दी धर्मसाल ते उत्थे रहण वाले भी धर्मी बन गए। दातार जी बचन करदे, सुन साजन मेरे मीत प्यारे साध संग खिन माहे उधारे। किल विख काट हुआ मन निर्मल मिट गए आवण जाना जियो। किल विख मुक जाते ने भलिओ, माड़े विचार माड़े कर्म माड़ियां आदतां ये सब मुक जाते ने जदों गुरु दी संगत विच आके गुरु दी मत अनुसार सतसंगियां नाल मिल बैठ के वाहिगुरू जी दा जस करना सुनना आ जांदा है। ते फिर उस हर जस नूं अपने जीवन विच चेते अंदर वसा के उहदे अनुसार वाहिगुरू जी दा हुक्म ही बनदा बनना आ जांदा। तां महाराज कहंदे मन निर्मल हो जांदा है। जीवन वाहिगुरू जी दी किरपा दे नाल ओहो जिहा बन जांदा है जिहो जिहा वाहिगुरू जी नूं भा जावे। ते महाराज कहंदे फिर मकसद पूरा हो गया, फिर आवन जाण दा आवा गाउण दा कोई कारण नहीं रह जांदा। इस करके दातार पातशाह कहंदे इस जीवन जुगत नूं अपनाओ। पर इहदा तरीका की है? साहब जी कहंदे नहीं मन मनदा हुंदा, आदतां पक्कियां जन्मां जन्मांतरां तो ये सहजे कीते जांदियां नहीं। बहुत वारी सुणदे आ सुणाउंदे आ, सुणाउण वालियां नूं भी हंकार आ जांदा है, मैं बड़े प्रभावशाली बोल बोलदा, मैनूं बहुत वधिया कीर्तन करना आ जांदा है, बड़ी वधिया मेरी कथा वाह वाह करदे आ, मैनूं ये हंकार मर जांदा, ईरखा आ जांदी, होर बहुत कुछ आ जांदा। पर दातार पातशाह कहंदे ये खड़ोत टुट सकदी है जे सानूं ਇਹ जुगत धारण करनी आ जाए। किहड़ी? पातशाह कहंदे रोज़ अरदास करिया करो, जदों सतसंग विच आओ, घरों तुरन लग्गियां भी अरदास करो, पातशाह अज तुहाडे द्वार ते आउण दा तुसीं मैनूं उद्यम बख्शता, गुरु द्वारा होए सोझी पायसी दा ये तुहाडा उपदेश मैनूं दृढ़ हो जाए। महाराज जदों मैं तुहाडे द्वार ते आवां ते रस्ते विच मैनूं होर कुछ ना सुझे, तुसीं ही मेरे चेते विच रहो कि अज मैं गुरु कोल जाना है, अज गुरु कोल जाके मैं झोली अड्डनी है। अज मैं पातशाह नूं कहना महाराज मैनूं जपजी केवल पढ़न सुनन तक ना सीमित रखो, ये जपजी मेरी सुरती बिरती दे विच इस तरह वस जाए कि रोज़ मेरे अंदरों पुकार उठे, गुरा एक देह बुझाई सबना जियां का एक दाता सो मैं विसर ना जाई। पातशाह अज मैं तुहाडे अगे आके झोली अड्डनी है, गुरु दा द्वार ये चेते विच रहे। दुनिया के रंग तमाशियां विचों लंघीए असीं, बहुत सारे आसे पासे मनमुख दूजे मिलन, पर साडा ध्यान गुरु दे द्वार वल रहे। इत्थे आके फिर ये ना होवे कि मेरे मत्थे टेकण नूं, मेरे रुपये चढ़ाउण नूं, मेरे पदार्थ चढ़ाउण नूं दुनिया देख रही कि नहीं देख रही। ना, गुरु दे विच ते तुहाडे विच होर कोई ना आवे। ये बेनती होवे दोए कर जोड़ एक बिनों करीजै। पातशाह दोनों हाथ जोड़ के मैं तुहाडे चरनां विच एक बेनती करदा कि कर किरपा डुबदा पत्थर लीजै। पातशाह मैं औगणा दी कठोरता नाल पत्थर सुभाव वाला बन गया, नहीं मेरा मन भिजदा, पर अपनी किरपा दे नाल मेरे पत्थर मन नूं, मेरी पत्थर होई होई विकारी मत नूं इस तरह अपने गुर उपदेश नाल तरल कर दिओ कि मेरा मन भी पसीज जावे, मेरी मत भी जिहड़ी है वो तुहाडी मत दे नाल जुड़न लई तैयार हो जाए। नानक को प्रभ भए कृपाला, प्रभ नानक मन भाणा जियो। महाराज कहंदे याद रखो
ਜਦੋਂ ਤੁਸੀਂ ਜੁੜਦੇ ਹੋ ਨਾ, ਇਹ ਅਰਦਾਸ ਦਾ ਪੱਲਾ ਪਕੜਦੇ ਹੋ ਤੇ ਖੇਡ ਵਾਪਰਦੀ ਹੈ, ਨਿਸ਼ਚੈ ਹੀ ਖੇਡ ਵਾਪਰਦੀ ਹੈ। ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਤੇ ਉਡੀਕ ਰਹੇ ਨੇ, ਸਤਿਗੁਰੂ ਤੇ ਉਡੀਕ ਰਹੇ ਨੇ, ਕਦੋਂ ਮੇਰੇ ਦਰ ਤੇ ਚੱਲ ਕੇ ਆਵੇ ਮੇਰਾ ਸਿੱਖ ਕਹਾਉਣ ਵਾਲਾ। ਇਹ ਸਿੱਖ ਕਹਾਉਣ ਜੋਗਾ ਹੀ ਨਾ ਰਹਿ ਜਾਏ, ਇਹ ਬਣਨ ਵਾਲੇ ਪਾਸੇ ਤੁਰ ਪਏ। ਇਸ ਨੂੰ ਮੈਂ ਇਸ ਤਰ੍ਹਾਂ ਦਾ ਘੜਦਿਆਂ, ਇਹਦੀ ਮੱਤ ਨੂੰ, ਇਹਦੇ ਮਨ ਨੂੰ, ਇਹਦੀ ਸੁਰਤੀ ਬਿਰਤੀ ਨੂੰ ਮੈਂ ਇਸ ਤਰ੍ਹਾਂ ਦਾ ਘੜਦਿਆਂ ਕਿ ਇਹ ਮੇਰੇ ਵਾਂਗ ਹੀ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਜਾਏ ਤੇ ਮੈਂ ਇਹ ਕਹਿਣ ਯੋਗਾ ਹੋ ਸਕਾਂ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਸਤ ਸੰਗੀਆਂ ਵੱਲ ਇਸ਼ਾਰਾ ਕਰਕੇ, ਜਿਹੜੇ ਗੁਰੂ ਦਰ ਤੇ ਚੱਲ ਕੇ ਆਏ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਗੁਰੂ ਤੇ ਇੰਨਾ ਜ਼ਿਆਦਾ ਸਾਨੂੰ ਮਾਣ, ਇੰਨਾ ਜ਼ਿਆਦਾ ਪਿਆਰ, ਇੰਨੀਆਂ ਅਸੀਸਾਂ ਦੇਣ ਵਾਸਤੇ ਉਤਾਵਲੇ ਨੇ, ਉਡੀਕ ਰਹੇ ਨੇ। ਬਸ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਹੀ ਗੁਰੂ ਕੋਲ ਇੱਦਾਂ ਆਉਣਾ ਆ ਜਾਏ ਜਿਵੇਂ ਸਿੱਖ ਆਉਣਾ ਚਾਹੀਦਾ ਹੈ। ਦੁਨੀਆਦਾਰੀ ਦੇ ਤੌਰ ਤੇ ਬੇਗਾਨਿਆਂ ਵਾਂਗ ਨਾ ਆਇਆ ਕਰੀਏ, ਕਰਮ ਕਾਂਡ ਕਰਨ ਵਾਸਤੇ, ਕੇਵਲ ਆਉਣ ਵਾਸਤੇ ਨਾ ਆਇਆ ਕਰੀਏ ਵੀ ਜੇ ਅੱਜ ਨਾ ਗਏ ਤੇ ਪਤਾ ਨਹੀਂ ਕੀ ਹੋ ਜਾਣਾ ਹੈ, ਕੋਈ ਵਿਘਨ ਪੈ ਜਾਣਾ। ਨਹੀਂ, ਇਸ ਤਰ੍ਹਾਂ ਨਹੀਂ। ਅੱਜ ਮੈਂ ਗੁਰੂ ਦੇ ਪਿਆਰ ਦਾ ਪਾਤਰ ਬਣਨ ਲਈ ਗੁਰੂ ਪਾਤਸ਼ਾਹ ਬੇਨਤੀ ਕਰਨੀ ਹੈ, ਦਾਤਾ ਮੇਰੇ ਅੰਦਰੋਂ ਦੁਨੀਆਦਾਰੀ ਵਾਲਾ ਕਰਮਕਾਂਡੀ ਦਿਖਾਵਾ, ਉਹ ਪਖੰਡ, ਉਹ ਦੰਭ ਜਿਹੜਾ ਮੈਂ ਅੰਦਰੋਂ ਹੋ ਰਾਂ ਬਾਹਰੋਂ ਹੋ ਰਾਂ, ਉਹ ਨਿਕਲ ਜਾਵੇ। ਦੁਨੀਆ ਮੇਰੇ ਬਾਰੇ ਕੀ ਕਹਿੰਦੀ ਹੈ ਇਹ ਨਹੀਂ, ਸੱਚੇ ਪਾਤਸ਼ਾਹ ਤੁਹਾਡੇ ਦਰ ਤੇ ਮੈਂ ਪ੍ਰਵਾਨ ਹੋ ਸਕਾਂ, ਤੁਹਾਡੇ ਕੋਲ ਆਉਂਦਿਆਂ ਆਉਂਦਿਆਂ ਇਹ ਬਖਸ਼ਿਸ਼, ਇਹ ਸਮਤ ਮੈਨੂੰ ਦੇ ਦਿਓ। ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮੈ ਆਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਨ ਪੱਗ ਸਾਧਾਂ। ਇਹ ਬਖਸ਼ਿਸ਼ ਅੱਜ ਗੁਰਮਤਿ ਜੁਗਤ ਦੇ ਰੂਪ ਵਿੱਚ ਗੁਰੂਦੇਵ ਨੇ ਸਾਡੀ ਝੋਲੀ ਪਾਈ ਹੈ। ਰਹਿਮਤ ਕਰਨ ਸਾਡੇ ਤੇ ਮਹਾਰਾਜ, ਸਾਨੂੰ ਦੁਨੀਆ ਦੀ ਭੀੜ ਵਿੱਚੋਂ ਨਿਕਲ ਕੇ ਗੁਰੂ ਦੇ ਸਤ ਸੰਗੀਆਂ ਨਾਲ ਮੇਲਾ ਨਹੀਂ, ਜੋੜ ਮੇਲਾ ਬਣਾਉਣ ਦੀ ਸਫਲ ਘੜੀ ਨਸੀਬ ਹੋ ਜਾਏ। ਸਾਨੂੰ ਦੇਖਣਾ ਵੀ ਗੁਰੂ ਵਾਂਗ ਆ ਜਾਏ, ਸੁਣਨਾ ਵੀ ਗੁਰੂ ਵਾਂਗ ਆ ਜਾਏ, ਬੋਲਣਾ ਵੀ ਗੁਰੂ ਵਾਂਗ ਆ ਜਾਏ, ਵਿਚਾਰਨਾ ਵੀ ਗੁਰੂ ਵਾਂਗ ਆ ਜਾਏ। ਚੇਤਾ ਸ਼ਕਤੀ ਮਿਲੀ ਹੈ, ਇਸ ਚੇਤੇ ਸ਼ਕਤੀ ਰਾਹੀਂ ਵਾਹਿਗੁਰੂ ਜੀ ਨੂੰ ਚੇਤਾ ਕਰਨਾ ਆ ਜਾਏ ਤੇ ਭੁੱਲਣ ਸ਼ਕਤੀ ਮਿਲੀ ਹੈ, ਸਾਨੂੰ ਵਿਕਾਰੀ ਬਿਰਤੀਆਂ ਭੁੱਲਣੀਆਂ ਆ ਜਾਣ। ਬਸ ਇਹੋ ਹੀ ਗੁਰਮਤਿ ਜੀਵਨ ਜੁਗਤ ਜੀ ਦੇ ਨਾਲ ਮਹਾਰਾਜ ਕਹਿੰਦੇ ਆਏ ਤੇ ਪਰਵਾਨਾ ਜੀਓ, ਸਾਡਾ ਆਉਣਾ ਪ੍ਰਵਾਨ ਹੋ ਜਾਏ। ਜਿਹਨੇ ਸਾਨੂੰ ਭੇਜਿਆ ਉਸ ਦਰ ਤੇ ਅਸੀਂ ਪ੍ਰਵਾਨ ਹੋ ਸਕੀਏ। ਇੰਨੇ ਸ਼ਬਦ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਰਾਮ